YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰਿਵੈਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਵਿੱਚ ਹਿੱਸੇਦਾਰ ਬਣੋ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ ਤੇ ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੇ ਅੱਜ BC ਸਰਕਾਰ ਵੱਲੋਂ ਇੱਕ ਰਾਹਤ ਦੀ ਖਬਰ ਸਾਹਮਣੇ ਆਈ ਹੈ ਕਿ ਜਿਹੜੀ ਕਰਵ ਸੀਗੀ COVID-19 ਨੂੰ ਲੈ ਕੇ ਉਹ ਅਸੀਂ ਫਲੈਟ ਕਰਨ ਦੇ ਬਿਲਕੁਲ ਨਜ਼ਦੀਕ ਆ, ਬਿਲਕੁਲ ਉਹ ਫਲੈਟ ਹੋ ਚੁੱਕੀ ਹੈ। ਪਰ ਉਹਦੇ ਲਈ ਸਾਨੂੰ ਜਿਹੜੀਆਂ ਗਾਈਡਲਾਈਨਸ ਸਰਕਾਰ ਦੇ ਵੱਲੋਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਫੋਲੋ ਕਰਦੇ ਹੀ ਰਹਿਣਾ ਪੈਣਾ ਆ, ਕਿਉਂਕਿ ਮਈ ਦੇ ਮਿਡ ਤੱਕ ਜਿਹੜੇ ਥੋੜੇ ਜਿਹੇ ਬਿਜ਼ਨਸ ਹੈਗੇ ਆ ਉਹ ਖੁੱਲਣ ਦੀ ਪਲੈਨਿੰਗ ਵੀ ਚੱਲ ਰਹੀ ਹੈ। ਪਰ ਉਹ ਤਾਂ ਹੀ ਖੁੱਲਣਗੇ ਜੇ ਅਸੀਂ ਉਹਨਾਂ ਦੀਆਂ ਦਿੱਤੀਆਂ ਗਾਈਡਲਾਈਨਸ ਨੂੰ ਫੋਲੋ ਕਰਦੇ ਰਹਾਂਗੇ, ਘਰਾਂ ਦੇ ਵਿੱਚ ਹੀ ਰਹਾਂਗੇ ਤੇ ਅਸੀਂ ਜਿਹੜੀ ਫਿਜ਼ੀਕਲ ਡਿਸਟੈਂਸ ਹੈਗੀ ਆ ਉਹ ਮੇਨਟੇਨ ਕਰਦੇ ਰਵਾਂਗੇ। ਤੇ ਇਸ ਦੇ ਨਾਲ ਹੀ BC ਸਰਕਾਰ ਦੇ ਵੱਲੋਂ ਅੱਜ ਸੰਖੇਪ ਦੇ ਵਿੱਚ ਮਾਡਲਿੰਗ ਪੇਸ਼ ਕੀਤੀ ਗਈ ਹੈਗੀ ਹੈ ਕਿ ਕਿਸ ਤਰ੍ਹਾਂ ਇਹ COVID-19 ਨੂੰ ਫਲੈਟ ਕਰਨ ਦੇ ਲਈ ਕੰਮ ਕੀਤਾ ਜਾ ਰਿਹਾ ਹੈਗਾ ਆ, ਕਿਉਂਕਿ ਆਲ ਓਵਰ ਕੈਨੇਡਾ ਦੇ ਵਿੱਚ 30,000 ਤੋਂ ਵੱਧ ਕੇਸ ਆ ਚੁੱਕੇ ਨੇ ਤੇ ਜਿਹਦੇ ਵਿੱਚੋਂ 10,000 ਤੋਂ ਉੱਤੇ ਕੇਸ ਰਿਕਵਰ ਵੀ ਹੋ ਚੁੱਕੇ ਨੇ, ਜੋ ਕਿ ਵਧੀਆ ਗੱਲ ਵੀ ਹੈ। ਤੇ BC ਦੇ ਵਿੱਚ ਬਹੁਤ ਘੱਟ ਜਿਹੜੇ ਕੇਸ ਨੇ ਉਹ ਵੱਧ ਰਹੇ ਨੇ ਤੇ ਜਿਹੜੇ ਠੀਕ ਹੋ ਰਹੇ ਨੇ ਕੇਸ ਉਹਨਾਂ ਦੀ ਗਿਣਤੀ ਜਿਹੜੀ ਆ ਉਹ ਵੱਧ ਰਹੀ ਹੈ। ਇਸ ਦੇ ਬਾਰੇ BC ਦੇ ਵਿੱਚ ਕੀ ਨਵੀਆਂ ਅਨਾਉਂਸਮੈਂਟਸ ਹੋਈਆਂ ਨੇ, ਇਸ ਬਾਰੇ ਗੱਲਬਾਤ ਕਰਨ ਦੇ ਲਈ ਅੱਜ ਜੋ ਸਰੀ ਫਲੀਟਵੁੱਡ ਤੋਂ MLA ਨੇ ਜਗਰੂਪ ਬਰਾੜ ਜੀ ਮੇਰੇ ਨਾਲ ਨੇ, ਉਹਨਾਂ ਤੋਂ ਜੋ ਅਪਡੇਟਡ ਇਨਫੋਰਮੇਸ਼ਨ ਹੈ ਉਹ ਲੈਂਦੇ ਆ ਤੇ ਉਹਨਾਂ ਦਾ ਪਹਿਲਾਂ ਸਵਾਗਤ ਕਰ ਲੈਂਦੇ ਆ। ਸੋ ਮਿਸਟਰ ਬਰਾੜ, ਸਵਾਗਤ ਹੈ ਤੁਹਾਡਾ। ਅਰਸ਼ੀ, ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਬਹੁਤ ਮਿਹਰਬਾਨੀ, ਧੰਨਵਾਦ। ਤੁਸੀਂ ਮੈਨੂੰ ਮੌਕਾ ਦਿੱਤਾ ਇਹ ਬਹੁਤ ਜ਼ਰੂਰੀ ਜਿਹੜੀਆਂ ਗੱਲਾਂ ਨੇ ਉਹਨਾਂ ਨੂੰ ਕਰਨ ਵਾਸਤੇ। ਬਿਲਕੁਲ ਮਿਸਟਰ ਬਰਾੜ, ਜਿੱਦਾਂ ਕਿ ਤੁਸੀਂ ਪਿਛਲੇ ਹਫਤੇ ਵੀ ਸਾਨੂੰ ਦੱਸਿਆ ਕਿ ਕੀ ਇਨਫੋਰਮੇਸ਼ਨ ਹੈਗੀ ਹੈ ਤੇ ਇਸ ਹਫਤੇ ਵੀ ਤੁਸੀਂ ਟਾਈਮ ਦਿੱਤਾ ਸਾਨੂੰ, ਕਿਉਂਕਿ ਸਾਨੂੰ ਪਤਾ ਹੈ ਕਿ ਤੁਸੀਂ ਘਰਾਂ ਦੇ ਵਿੱਚ ਰਹਿੰਦੇ ਹੋਏ ਵੀ ਹੋਰ ਬਿਜ਼ੀ ਹੈਗੇ ਆ, ਤੁਹਾਡੀਆਂ ਜੋ ਮੀਟਿੰਗਸ ਚੱਲਦੀਆਂ ਰਹਿੰਦੀਆਂ ਨੇ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਕਿ ਕੀ ਕੁਝ ਹੋ ਰਿਹਾ ਹੈਗਾ ਆ, ਤੇ ਉਸ ਦੇ ਬਾਵਜੂਦ ਵੀ ਤੁਸੀਂ ਅਪਡੇਟਡ ਇਨਫੋਰਮੇਸ਼ਨ ਸਾਨੂੰ ਦਿੰਦੇ ਆ, ਤੁਹਾਡਾ ਬਹੁਤ ਥੈਂਕ ਯੂ। ਤੇ ਨਾਲ ਹੁਣ ਜਿਹੜੀ BC ਸਰਕਾਰ ਦੇ ਵੱਲੋਂ ਖਬਰ ਆਈ ਹੈ ਜੋ ਕਿ ਸਾਨੂੰ ਲੱਗਦਾ ਹੈ ਕਿ ਮਈ ਦੇ ਵਿੱਚ ਅਸੀਂ ਬਿਜ਼ਨਸ ਥੋੜੇ ਜਿਹੇ ਖੋਲ ਸਕਦੇ ਹੈਗੇ ਆ। ਸੋ ਪ੍ਰੋਪਰ ਮਾਡਲਿੰਗ ਪੇਸ਼ ਕੀਤੀ ਗਈ ਹੈ ਡਾਕਟਰ ਬੋਨੀ ਹੈਨਰੀ ਵੱਲੋਂ, ਇੰਡਿਕਸ ਦੇ ਵੱਲੋਂ। ਸੋ ਅੱਜ ਜੋ ਨਵੀਂ ਮਾਡਲਿੰਗ ਹੈਗੀ ਹੈ ਪੇਸ਼ ਕੀਤੀ ਗਈ ਉਹ ਕੀ ਹੈ, ਉਹਦੇ ਵਿੱਚ ਉਹਨਾਂ ਨੇ ਕੀ ਕੁਝ ਵਿਸਥਾਰ ਦੇ ਨਾਲ ਦੱਸਿਆ ਹੈ? ਅਰਸ਼ੀ, ਬਹੁਤ ਤੁਹਾਡਾ ਅੱਛਾ ਸਵਾਲ ਹੈ ਔਰ ਬੜਾ ਵੱਡਾ ਸਵਾਲ ਹੈ, ਕਿਉਂਕਿ ਜਿਹੜੀ ਮਾਡਲਿੰਗ ਪੇਸ਼ ਕੀਤੀ ਗਈ ਅੱਜ ਉਹਦੀ ਜਿਹੜੀ 35 ਪੇਜ ਦੀ ਜਿਹੜੀ ਹੈਗੀ ਆ ਉਹ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਸੀਗੀ, ਬਹੁਤ ਲੰਮੀ ਚੌੜੀ। ਉਹ ਮੈਂ ਕੋਸ਼ਿਸ਼ ਕਰੂੰਗਾ 1-2 ਮਿੰਟਾਂ ਦੇ ਵਿੱਚ ਉਹਨੂੰ ਜਿਹੜਾ ਬਹੁਤ ਸੰਖੇਪ ਦੇ ਵਿੱਚ ਸਰੋਤਿਆਂ ਤੱਕ, ਜਿਹੜਾ ਦਰਸ਼ਕਾਂ ਤੱਕ ਪਹੁੰਚਦੀ ਕੀਤੀ ਜਾ ਸਕੇ। ਅੱਜ ਜਿਹੜੀ ਮਾਡਲਿੰਗ ਕੀਤੀ ਜਿਹੜੀ ਪ੍ਰੈਜੈਂਟੇਸ਼ਨ ਕੀਤੀ ਗਈ ਹੈ ਆਪਣੇ ਸਾਡੇ ਸੂਬੇ ਦੇ ਸਿਹਤ ਅਫਸਰ ਡਾਕਟਰ ਬੋਨੀ ਹੈਨਰੀ ਵੱਲੋਂ ਤੇ ਸੂਬੇ ਦੇ ਸਿਹਤ ਮੰਤਰੀ ਮਾਨਯੋਗ ਇੰਡੈਕਸ ਵੱਲੋਂ, ਉਹਦਾ ਮੁੱਖ ਜਿਹੜਾ ਮਕਸਦ ਇਹ ਸੀਗਾ ਕਿ ਜੋ ਅਸੀਂ ਜਦੋਂ ਸ਼ੁਰੂ ਦੇ ਵਿੱਚ ਮਾਰਚ ਦੇ ਵਿੱਚ ਪ੍ਰੋਜੈਕਸ਼ਨਸ ਕੀਤੀਆਂ ਸੀਗੀਆਂ ਉਹ ਕੀ ਦੇਖ ਕੇ ਕੀਤੀਆਂ ਸੀਗੀਆਂ ਤੇ ਅੱਜ ਅਸੀਂ ਹਕੀਕਤ ਦੇ ਵਿੱਚ ਕਿੱਥੇ ਪਹੁੰਚੇ ਹੋਏ ਹਾਂ, ਉਹਦਾ ਕੰਪੈਰੀਟਿਵ ਕਰਕੇ ਜਿਹੜਾ ਲੋਕਾਂ ਨੂੰ ਦੱਸਣਾ ਕਿ ਅਸੀਂ ਕਿੱਥੇ ਪਹੁੰਚ ਚੁੱਕੇ ਹਾਂ, ਕਿ ਅਸੀਂ ਕਿੱਥੋਂ ਸ਼ੁਰੂ ਕੀਤਾ ਸੀ, ਕਿੱਥੇ ਪਹੁੰਚੇ ਹਾਂ। ਉਹਦੇ ਬਾਰੇ ਮੈਂ ਸ਼ੁਰੂ 'ਚ ਗੱਲ ਇਹ ਕਹਿਣੀ ਚਾਹੁੰਦਾ ਕਿ ਜਦੋਂ ਅਸੀਂ ਪਹਿਲਾਂ ਜਿਹੜੀਆਂ ਪ੍ਰੋਜੈਕਸ਼ਨ ਕੀਤੀਆਂ ਗਈਆਂ ਸੀ ਇਹਨਾਂ ਦੇ ਵੱਲੋਂ, ਉਦੋਂ ਜਿਹੜਾ ਇਟਲੀ, ਜਿਹੜਾ ਨਾਰਥਰਨ ਇਟਲੀ ਤੇ ਜਿਹੜਾ ਹੁਬਾਈ ਸੂਬਾ ਚਾਈਨਾ ਦਾ, ਜਿੱਥੇ ਸਭ ਤੋਂ ਜ਼ਿਆਦਾ ਜਿਹੜਾ ਜਾਨੀ ਨੁਕਸਾਨ ਕੀਤਾ ਸੀਗਾ COVID-19 ਨੇ, ਉਹਨਾਂ ਦੇ ਜਿਹੜਾ ਮਾਡਲ ਨੂੰ ਦੇਖ ਕੇ ਤਿਆਰੀਆਂ ਕੀਤੀਆਂ ਗਈਆਂ ਸੀਗੀਆਂ। ਮਿਸਾਲ ਦੇ ਤੌਰ ਦੇ ਉੱਤੇ ਉੱਥੇ 1 ਮਿਲੀਅਨ ਪਿੱਛੇ ਕਿੰਨੇ ਲੋਕਾਂ ਨੂੰ COVID-19 ਹੋਇਆ ਔਰ ਉਹਦੇ ਵਿੱਚੋਂ ਕਿੰਨੇ % ਲੋਕ ਜਿਹੜੇ ਹਸਪਤਾਲ ਦੇ ਵਿੱਚ ਗਏ ਨੇ, ਸੋ ਕਿੰਨੇ ਸਾਨੂੰ ਬੈੱਡ ਦੀ ਲੋੜ ਪਏਗੀ ਵਗੈਰਾ, ਕਿਸ ਕਿਸਮ ਦੇ ਉੱਥੇ ਲੋਕਾਂ ਦੇ ਟੈਸਟ ਹੋ ਰਹੇ ਆ ਤੇ ਸਾਨੂੰ ਕਿਸ ਕਿਸਮ ਦੇ ਟੈਸਟ ਕਰਨ ਦੀ ਇੱਥੇ ਲੋੜ ਹੈਗੀ ਹੈ, ਉਹ ਸਾਰਾ ਕੁਝ ਉਹਨੂੰ ਦੇਖ ਕੇ ਜਿਹੜੀ ਉਹ ਮਾਡਲਿੰਗ ਤੇ ਸਾਡੀ ਪ੍ਰੈਪਰੇਸ਼ਨ ਤਿਆਰ ਕੀਤੀ ਗਈ ਸੀਗੀ। BC ਦੇ ਵਿੱਚ ਸਿਹਤ ਮੰਤਰੀ ਨੇ ਕੋਈ ਕਰੀਬ 10,000 ਤੋਂ ਉੱਪਰ ਸਰਜਰੀ, ਜਿਹੜੀਆਂ ਮਾਈਨਰ ਸਰਜਰੀ ਸੀ, ਕੈਂਸਲ ਕਰਕੇ ਜਿਹੜਾ ਸਾਡੇ ਸਿਸਟਮ ਨੂੰ, ਹੈਲਥ ਕੇਅਰ ਸਿਸਟਮ ਨੂੰ ਉਸ ਤਰੀਕੇ ਨਾਲ ਤਿਆਰ ਕੀਤਾ ਸੀ ਕਿ ਜੇ ਇਟਲੀ ਤੱਕ ਗੱਲ ਚਲੀ ਜਾਵੇ ਤਾਂ ਸਾਡੇ ਕੋਲ ਸਾਧਨ ਹੋਣ ਲੋਕਾਂ ਦਾ ਇਲਾਜ ਕਰਨ ਵਾਸਤੇ। ਕੋਈ 4500 ਬੈੱਡ ਜਿਹੜਾ ਉਹ ਖਾਲੀ ਕਰਵਾਇਆ ਗਿਆ ਸੀ। ਉਸੇ ਤਰੀਕੇ ਨਾਲ ਵੈਂਟੀਲੇਟਰਸ ਨੇ ਉਹ ਨਵੇਂ ਵੈਂਟੀਲੇਟਰਸ ਲਏ ਗਏ ਸੀਗੇ ਉਹਨਾਂ ਦੇ ਨੰਬਰਸ ਨੂੰ ਦੇਖਦੇ ਹੋਏ। ਪਰ ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਜਿਵੇਂ ਤੁਸੀਂ ਜ਼ਿਕਰ ਕੀਤਾ ਬੜੇ ਖੂਬਸੂਰਤ ਸ਼ਬਦਾਂ ਦੇ ਵਿੱਚ ਕਿ BC ਦੇ ਵਿੱਚ ਅਸੀਂ ਉੱਥੇ ਨਹੀਂ ਪਹੁੰਚੇ ਔਰ ਚੰਗੇ ਜਿਹੜੇ ਨਤੀਜੇ ਸਾਹਮਣੇ ਆਏ ਆ, ਉਹਦਾ ਮੁੱਖ ਕਾਰਨ ਜਿਹੜਾ ਲੋਕਾਂ ਨੇ ਜਿਹੜਾ ਪਹਿਰਾ ਦਿੱਤਾ ਹੈ, ਡਾਕਟਰ ਬੋਨੀ ਹੈਨਰੀ ਦੇ ਆਰਡਰ ਜਾਰੀ ਕੀਤੇ ਹੈ ਉਹਨਾਂ ਦੇ ਉੱਤੇ, ਉਹਦੇ ਸਦਕੇ ਜਿਹੜਾ ਹੋਇਆ। ਔਰ ਉਹਦੇ 'ਚ 2-3 ਗੱਲਾਂ ਜਿਹੜੀਆਂ ਮੈਂ ਮੈਂਸ਼ਨ ਕਰਨਾ ਚਾਹੁੰਦਾ ਉਹ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਹੈਗੀ ਕਿ ਜਿਹੜੇ ਉਹਨਾਂ ਨੇ ਟੈਸਟ ਕੀਤੇ ਆ, ਉਹਨਾਂ ਨੇ ਦੱਸਿਆ ਕਿ ਜਦੋਂ ਵੀ ਉਹਨਾਂ ਨੇ ਟੈਸਟ ਕੀਤੇ ਉਹ ਟੈਸਟ ਇੱਕ ਜਿਹੜੀ ਵਿਧੀ ਬਣਾ ਕੇ ਕੀਤੇ ਗਏ ਆ, ਨਾ ਕਿ ਵੈਸੇ ਹੀ ਕੀਤੇ ਜਾਣ। ਕਿ ਜਦੋਂ
BC ਦੇ ਵਿੱਚ ਜਿਹੜਾ ਕਮਿਊਨਿਟੀ ਦੇ ਵਿੱਚ ਟਰਾਂਸਮਿਸ਼ਨ ਸ਼ੁਰੂ ਹੋਈ ਇੱਕ ਦੂਜੇ ਲੋਕਾਂ ਤੋਂ, ਤਾਂ ਉਸ ਵੇਲੇ ਉਹਨਾਂ ਨੇ ਜਿਹੜੇ ਹੁਕਮ ਜਾਰੀ ਕੀਤੇ ਉਹ ਲੋਕਾਂ ਵਾਸਤੇ ਕੀ ਕੀਤੇ, ਜਿਹੜਾ ਚੇਤੰਨ ਰਹਿਣ ਵਾਸਤੇ ਜਿਹੜਾ ਫਿਜ਼ੀਕਲ ਡਿਸਟੈਂਸ ਦਾ ਹੁਕਮ ਜਾਰੀ ਕੀਤਾ ਗਿਆ, ਇਸੇ ਤਰੀਕੇ ਦੇ ਨਾਲ ਜਿਹੜਾ ਘਰੇ ਰਹਿਣ ਦਾ ਹੁਕਮ ਜਾਰੀ ਕੀਤਾ ਗਿਆ, ਇਸੇ ਤਰੀਕੇ ਨਾਲ ਹੈਂਡ ਵਾਸ਼ਿੰਗ ਦਾ ਹੁਕਮ ਜਾਰੀ ਕੀਤਾ ਗਿਆ। ਤੋ ਇਹਦੇ ਨਾਲ ਜਿਹੜਾ ਹੈਗਾ ਬਹੁਤ ਸਾਰੇ ਬਿਜ਼ਨਸ ਵੀ ਬੰਦ ਕੀਤੇ ਗਏ ਜਿੱਥੇ ਘੱਟ ਸੀ, ਜਿਵੇਂ ਸਕੂਲ ਬੰਦ ਕੀਤੇ ਗਏ ਜਾਂ ਰੈਸਟੋਰੈਂਟ ਬੰਦ ਕੀਤੇ ਗਏ, ਸਾਰੇ ਉਸ ਨੂੰ ਮੁੱਖ ਰੱਖ ਕੇ ਕੀਤੇ ਗਏ ਜੀ। ਇਹਦੇ ਨਾਲ ਜਿਹੜਾ ਹੈਗਾ ਜਦੋਂ ਉਹਨਾਂ ਨੇ ਦੇਖਿਆ ਕਿ ਜਿਹੜਾ ਟੈਸਟ ਦੇ ਵਿੱਚ ਨੰਬਰ ਬਾਹਰਲੇ ਲੋਕਾਂ ਦਾ ਜ਼ਿਆਦਾ ਹੈ ਤੇ ਬਾਹਰੋਂ ਆਏ ਜਿਹੜੇ ਬਾਹਰਲੇ ਮੁਲਕਾਂ ਤੋਂ ਵਾਪਸ ਆ ਰਹੇ ਲੋਕ ਜਾਂ ਆ ਰਹੇ ਲੋਕ ਹੈ ਉਹਨਾਂ ਕਰਕੇ ਜਿਹੜਾ COVID-19 ਫੈਲ ਰਿਹਾ, ਤੇ ਉਸ ਵੇਲੇ ਜਿਹੜਾ ਬਾਰਡਰ ਨੂੰ ਉਹਦੇ ਤੇ ਜਿਹੜੇ ਹੈਗੇ ਆ ਮਜ਼ਬੂਤ ਕੀਤਾ ਗਿਆ। ਉਸ ਤੋਂ ਇਲਾਵਾ ਜਿਹੜੇ ਬਾਹਰੋਂ ਆਏ ਲੋਕ ਸੀਗੇ ਉਹਨਾਂ ਬਾਰੇ ਪਾਲਿਸੀਆਂ ਇਹ ਬਣਾਈਆਂ ਗਈਆਂ, ਜਿਵੇਂ ਹੁਣ ਪਾਲਿਸੀ ਬਣਾਈ ਗਈ ਹੈ ਕਿ ਤੁਹਾਨੂੰ ਸੈਲਫ ਆਈਸੋਲੇਸ਼ਨ ਪੱਕੇ ਤੌਰ ਤੇ 14 ਦਿਨਾਂ ਵਾਸਤੇ ਰਹਿਣਾ ਪਊ। ਉਹ ਸਾਰੇ ਕੁਝ ਦਾ ਪੋਜ਼ਿਟਿਵ ਜਿਹੜਾ ਅਸਰ ਜਿਹੜਾ ਹੋਇਆ BC ਦੇ ਵਿੱਚ, ਤੇ ਜਿਹੜੀ ਕਰਵ ਹੈਗੀ ਉਹ ਫਲੈਟ ਹੋਣੀ ਉਹ ਸ਼ੁਰੂ ਹੋਈ, ਜਿਹੜੀ ਇੱਕ ਚੰਗੀ ਗੱਲ ਹੈ ਜਿਹੜੀ ਉਹਨਾਂ ਨੇ ਕਹੀ ਹੈ। ਤੇ ਇਹਦੇ 'ਚ ਜਿਹੜਾ ਇੱਕ ਉਹਨਾਂ ਨੇ ਹੋਰ ਅੰਕੜਾ ਦਿੱਤਾ ਉਹ ਵੀ ਲੋਕਾਂ ਵਾਸਤੇ ਬੜਾ ਜ਼ਰੂਰੀ ਆ, ਉਹ ਇਹ ਹੈ ਕਿ ਜਿਹੜੇ ਲੋਕਾਂ ਨੂੰ COVID-19 ਹੋਇਆ ਉਹਨਾਂ 'ਚੋਂ ਮੈਜੋਰਟੀ ਲੋਕਾਂ ਦੀ ਜਿਹੜੀ ਏਜ ਆ ਉਹ 30 ਤੋਂ 60 ਦੇ ਵਿੱਚ ਆ, ਜਿਹੜੇ ਮੈਜੋਰਟੀ ਲੋਕਾਂ ਨੂੰ ਇਹ ਜਿਹੜੇ COVID-19 ਹੋਇਆ। ਪਰ ਜਿਹੜੇ ਲੋਕ ਹਸਪੀਟਲ ਗਏ ਨੇ ਉਹਨਾਂ ਦੀ ਜਿਹੜੀ ਏਜ ਆ ਉਹ 50 ਤੋਂ 70 ਦੇ ਵਿੱਚ ਆ। ਔਰ ਜਿਹੜੇ ਲੋਕਾਂ ਦੀ ਮੌਤ ਹੋਈ ਹੈ, ਮਾਰੇ ਗਏ COVID-19 ਕਰਕੇ, ਜਿਹੜਾ ਸਾਨੂੰ ਬੜਾ ਅਫਸੋਸ ਆ ਉਸ ਗੱਲ ਦਾ, ਉਹਨਾਂ ਦੀ ਜਿਹੜੀ ਏਜ ਹੈਗੀ ਉਹ 70, 80, 90 ਤੇ 100 ਸਾਲ। ਸੋ ਇਹ ਉਹਨਾਂ ਨੇ ਅੰਕੜੇ ਦਿੱਤੇ। ਉਹਨਾਂ ਨੇ ਬੇਸਿਕਲੀ ਸਾਨੂੰ ਸੁਨੇਹਾ ਲੋਕਾਂ ਨੂੰ ਜਿਹੜਾ ਤੁਸੀਂ ਦਿੱਤਾ ਉਹੀ ਦਿੱਤਾ ਡਾਕਟਰ ਹੈਨਰੀ ਨੇ, ਕਿ ਅਸੀਂ ਜਿੱਥੇ ਪਹੁੰਚ ਸਕੇ ਹਾਂ ਉਹਦਾ ਮੁੱਖ ਕਾਰਨ ਲੋਕ ਨੇ, ਜਿਹੜਾ ਲੋਕਾਂ ਨੇ ਜਿਹੜੇ ਉਹ ਸਾਰੀਆਂ ਪਾਬੰਦੀਆਂ ਜਿਹੜੀਆਂ ਲਾਈਆਂ ਗਈਆਂ ਉਹਨਾਂ ਦੇ ਉੱਤੇ ਪਹਿਰਾ ਦਿੱਤਾ, ਉਹਨਾਂ ਨੂੰ ਮੰਨਿਆ। ਕਿਉਂਕਿ COVID-19 ਦੀ ਕੋਈ ਵੈਕਸੀਨ ਨਹੀਂ ਹੈ, ਇਹਨੂੰ ਲੋਕ ਹੀ ਰੋਕ ਸਕਦੇ ਆ। ਉਹਨੂੰ ਮੰਨ ਕੇ ਅਸੀਂ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਹੋ ਸਕੇ ਹਾਂ, ਜਿਹਦੇ ਕਰਕੇ BC ਦੇ ਵਿੱਚ ਜਿਹੜਾ ਜੇ ਕੰਪੇਅਰ ਕਰੀਏ ਅਸੀਂ ਅੱਜ ਬਾਕੀ ਇਟਲੀ ਦੇ ਨਾਲ, ਜਿਹੜਾ ਚਾਈਨਾ ਦੇ ਨਾਲ ਜਾਂ ਸਪੇਨ ਦੇ ਨਾਲ, ਸਾਡੇ ਜਿਹੜੇ ਨੰਬਰ ਇਸ ਵੇਲੇ ਉਹਨਾਂ ਨਾਲੋਂ ਬਹੁਤ ਜ਼ਿਆਦਾ ਘੱਟ ਨੇਗੇ। ਇਸ ਕਰਕੇ ਅਸੀਂ ਕੁਛ ਕੰਮ ਕਰ ਸਕਦੇ ਹਾਂ, ਪਰ ਉਹਦੇ ਨਾਲ ਸਾਨੂੰ ਲੋਕਾਂ ਦੇ ਸਹਿਯੋਗ ਜਿਵੇਂ ਹੁਣ ਤੱਕ ਹੈਗਾ ਉਸੇ ਤਰੀਕੇ ਨਾਲ ਉਹ ਜਾਰੀ ਰੱਖਣਾ ਪਊਗਾ, ਤਾਂ ਕਿ ਅਸੀਂ ਜਿਹੜਾ ਹੁਣ ਮਿਸਾਲ ਦੇ ਤੌਰ ਤੇ ਅੱਜ ਮੰਤਰੀ ਸਾਹਿਬ ਨੇ ਕਿਹਾ ਕਿ ਜਿਹੜੀਆਂ ਸਰਜਰੀ ਕੈਂਸਲ ਕੀਤੀਆਂ ਗਈਆਂ ਸੀ ਕਿਉਂਕਿ ਸਾਡੇ ਕੋਲੇ ਬੈੱਡ ਖਾਲੀ ਪਏ ਆ, ਤੇ ਉਹਦੇ ਬਾਰੇ ਹੁਣ ਉਹ ਸੋਚ ਰਹੇ ਆ ਕਿ ਕੁਝ ਲੋਕਾਂ ਦੀ ਜਿਹੜੀ ਸਰਜਰੀ ਆ ਉਹ ਦੁਬਾਰਾ ਸ਼ੁਰੂ ਕੀਤੀ ਜਾਵੇ। ਇਸ ਤਰੀਕੇ ਨਾਲ ਹੋਰ ਐਕਸ਼ਨ ਵੀ ਕੀਤੇ ਜਾ ਸਕਦੇ ਆ, ਪਰ ਮੋਟੇ ਤੌਰ ਦੇ ਉੱਤੇ ਜਿਹੜਾ ਲੋਕਾਂ ਦਾ ਮੁਕੰਮਲ ਸਹਿਯੋਗ ਹੋਣਾ ਇਹਦੇ ਵਿੱਚ ਬਹੁਤ ਜ਼ਰੂਰੀ ਹੈ। ਬਿਲਕੁਲ, ਜਿੱਦਾਂ ਹੈਲਥ ਆਫੀਸ਼ੀਅਲਸ ਨੇ ਇਹ ਵੀ ਦੱਸਿਆ ਹੈਗਾ ਕਿ ਕੁਝ ਬੈਰੀਅਰਸ ਨੇ ਜਿਨ੍ਹਾਂ ਨੂੰ ਹਜੇ ਵੀ ਹਟਾਉਣ ਦੀ ਲੋੜ ਹੈਗੀ ਹੈ। ਹੈਲਥ ਕੇਅਰ ਸਿਸਟਮ ਪਹਿਲੇ ਨੰਬਰ ਤੇ ਉਹ ਸੋਚ ਰਹੇ ਨੇ ਕਿ ਮਿਡ ਮਈ ਦੇ ਵਿੱਚ ਜਿਹੜੇ ਉਹਨਾਂ ਦੇ ਸਰਜਰੀਜ਼ ਜਿਹੜੀਆਂ ਨੇ ਜ਼ਿਆਦਾ ਛੇਤੀ ਰਿਜ਼ਿਊਮ ਹੋ ਜਾਣਗੀਆਂ। ਐਮਰਜੈਂਸੀ ਜਿਹੜੀ ਸਰਕਾਰ ਵੱਲੋਂ ਲਗਾਈ ਗਈ ਸੀ ਪ੍ਰੀਮੀਅਰ ਜੌਨ ਹੋਲਡਨ ਵੱਲੋਂ, ਉਹ 2 ਹਫ਼ਤੇ ਦੀ ਹੋਰ ਵਧਾ ਦਿੱਤੀ ਗਈ ਸੀਗੀ ਪਿਛਲੇ 2 ਦਿਨ ਤੋਂ, ਤੇ ਉਹ ਕਹਿ ਰਹੇ ਸੀ ਕਿ ਹੁਣ ਉਹ ਅਪ੍ਰੈਲ ਦੇ ਐਂਡ ਤੱਕ ਜਿਹੜੀ ਇਹ ਚੱਲੇਗੀ ਐਮਰਜੈਂਸੀ। ਸੋ ਮਈ ਦੇ ਵਿੱਚ ਤੁਹਾਨੂੰ ਲੱਗਦਾ ਹੈ ਕਿ ਹੋਰ ਬਿਜ਼ਨਸ ਵੀ ਕੋਈ ਖੁੱਲ ਸਕਦੇ ਨੇ ਕਿ ਕੱਲਾ ਹੈਲਥ ਕੇਅਰ ਦੇ ਉੱਤੇ ਹੀ ਸਟ੍ਰੈਸ ਦਿੱਤਾ ਜਾ ਰਿਹਾ ਹੈ? ਇਸ ਵੇਲੇ ਜਿਹੜੇ ਹਾਲੇ ਤੱਕ ਜਿਹੜਾ ਸੰਕੇਤ ਆ ਰਹੇ ਉਹਨਾਂ ਦੇ ਵੱਲੋਂ ਜਿਹੜਾ ਹੈਗਾ ਉਹਨਾਂ ਨੇ ਤਾਂ ਇਹੀ ਕਿਹਾ ਕਿ ਹਰ ਚੀਜ਼ ਜਿਹੜੀ ਸਾਡੀ ਡਿਸਕਸ਼ਨ ਦੇ ਵਿੱਚ ਹੈਗੀ। ਇਸ ਵੇਲੇ ਮੈਂ ਜਿਹੜੀ ਦਰਸ਼ਕਾਂ ਦੀ ਜਾਣਕਾਰੀ ਵਾਸਤੇ ਦੱਸਣਾ ਚਾਹੁੰਦਾ ਕਿ ਜਿਹੜੇ BC ਦੇ ਵਿੱਚ ਆਲਮੋਸਟ 60% ਜਿਹੜੀ ਸਾਡੀ ਇਕਨੋਮੀ ਹੈ ਉਹ ਇਸ ਵੇਲੇ ਵੀ ਓਪਨ ਹੈਗੀ ਹੈ। ਔਰ ਇਹ ਇੱਕ ਬੜੀ ਤਸੱਲੀ ਦੀ ਗੱਲ ਹੈ, ਚੰਗੀ ਗੱਲ ਹੈ ਕਿ ਲੋਕਾਂ ਨੇ ਇੰਨੀ ਵੱਡੀ ਇਕਨੋਮੀ ਖੁੱਲੀ ਰੱਖ ਕੇ ਵੀ ਜਿਹੜਾ COVID-19 ਦੀ ਕਰਵ ਨੂੰ ਬੈਂਡ ਕਰਨ ਦੇ ਵਿੱਚ ਜਿਹੜਾ ਕਾਮਯਾਬੀ ਹਾਸਲ ਕੀਤੀ ਹੈ BC ਦੇ ਵਿੱਚ, ਬਹੁਤ ਵੱਡੀ ਗੱਲ ਹੈ। ਔਰ ਜਿਹੜੇ ਬੰਦ ਹੋਏ ਬਿਜ਼ਨਸ ਨੇ, ਆਫ ਕੋਰਸ ਜਿਹੜਾ ਪ੍ਰੀਮੀਅਰ ਸਾਹਿਬ ਨੇ ਸ਼ੁਰੂ ਦੇ ਵਿੱਚ ਇੱਕ ਟਾਸਕ ਫੋਰਸ ਬਣਾਈ ਹੋਈ ਹੈ ਕਿ ਅਸੀਂ ਇਸ ਸਮੇਂ ਦਰਮਿਆਨ ਜਿਹੜੇ ਬਿਜ਼ਨਸ ਜੇ ਰੀਓਪਨ ਕਰਨੇ ਤਾਂ ਉਹ ਜਿਹੜਾ ਬਿਜ਼ਨਸ ਵਾਲੇ ਲੋਕਾਂ ਦੀ ਫੀਡਬੈਕ ਲੈ ਕੇ, ਔਰ ਆਫ ਕੋਰਸ ਜਿਹੜੇ ਸਾਡੇ ਸਿਹਤ ਦੇ ਮਾਹਰ ਨੇ ਉਹਨਾਂ ਦੀ ਰਜਾਮੰਦੀ ਦੇ ਨਾਲ ਜਿਹੜੇ ਉਹ ਕਿਵੇਂ ਖੋਲ੍ਹੇ ਜਾ ਸਕਦੇ ਆ, ਉਹ ਹਮੇਸ਼ਾ ਹੀ ਡਿਸਕਸ਼ਨ ਚੱਲਦੀ ਰਹਿੰਦੀ ਹੈ। ਔਰ ਉਹਦੇ ਨਾਲ ਜਿਹੜੇ ਮੰਤਰੀ ਸਾਹਿਬ ਨੇ ਦੱਸਿਆ ਕਿ ਟੀਮ ਜਿੱਦਾਂ ਸਰਜਰੀ ਕੈਂਸਲ ਕੀਤੀਆਂ ਗਈਆਂ ਸੀ ਉਸ ਦਿਨ ਤੋਂ ਇੱਕ ਟੀਮ ਸਥਾਪਿਤ ਕੀਤੀ ਗਈ ਸੀ ਕਿ ਸਾਨੂੰ ਜੇ ਵਾਪਸ ਆ ਕੇ ਸਰਜਰੀਆਂ ਸ਼ੁਰੂ ਕਰਨੀਆਂ ਪੈਣ ਜਿਹੜੀਆਂ ਜ਼ਰੂਰੀ ਸਰਜਰੀਜ਼ ਕੈਂਸਲ ਕੀਤੀਆਂ ਗਈਆਂ ਤਾਂ ਉਹਨੂੰ ਕਿਵੇਂ ਕੀਤਾ ਜਾ ਸਕਦਾ ਹੈ। ਇਸ ਵੇਲੇ ਚੈਲੰਜ ਇਹ ਆ ਕਿ ਅਸੀਂ ਜਿਹੜਾ ਮੁੱਖ ਸਵਾਲ ਇਹ ਹੈਗਾ ਕਿ ਅਸੀਂ ਜਿਹੜੀਆਂ ਉਹ ਸਰਜਰੀ ਨੂੰ ਦੁਬਾਰਾ ਕਿੰਨੀਆਂ ਕਰ ਸਕਦੇ ਹਾਂ ਤਾਂ ਕਿ ਜਿਹੜਾ ਉਹਦੇ ਨਾਲ ਜੇ COVID-19 ਖੁਦਾ ਨਾ ਖਾਸਤਾ ਕਿਸੇ ਵੀ ਕਾਰਨ ਕਰਕੇ ਦੁਬਾਰੇ ਫੈਲਾਅ ਵੱਧ ਜਾਂਦਾ ਉਹਦਾ, ਸਾਡੇ ਕੋਲੇ ਬਣਨ ਦੀ ਕੈਪੈਸਿਟੀ ਉਹਦੀ ਹੋ। ਸੋ ਇਹ ਕੰਪਲੈਕਸ ਇਸ਼ੂ ਆ। ਇਸੇ ਤਰੀਕੇ ਨਾਲ ਜਿਹੜੀ ਇਕਨੋਮੀ ਖੁੱਲ੍ਹਣੀ ਹੈ ਉਹਦੇ ਵਿੱਚ ਵੀ ਇਹੀ ਦੇਖਿਆ ਜਾਣਾ ਕਿ ਕਿਹੜਾ ਹਿੱਸਾ ਇਕਨੋਮੀ ਦਾ ਅਸੀਂ ਦੁਬਾਰਾ ਸੇਫਲੀ ਖੋਲ੍ਹ ਸਕਦੇ ਹਾਂ ਜਿੰਨੀ ਦੇਰ ਤੱਕ ਵੈਕਸੀਨ ਨਹੀਂ, ਜਿਹਦੇ ਵਿੱਚ ਜਿਹੜੀ ਫਿਜ਼ੀਕਲ ਡਿਸਟੈਂਸਿੰਗ 6 ਫੁੱਟ ਦੀ ਹੈਗੀ ਹੈ ਜਾਂ ਜਿਹੜੀ ਬਾਕੀ ਸਾਵਧਾਨੀਆਂ ਉਹ ਜਿਹੜੀਆਂ ਉਹਨਾਂ ਦੀ ਪਾਲਣ ਕੀਤੀ ਜਾ ਸਕਦੀ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਗੱਲਾਂ ਜਿਹੜੀਆਂ ਜਿਵੇਂ ਅੱਗੇ ਜਾਣਾ ਉਹ ਮਾਹਰ ਸਾਡੇ ਸਾਹਮਣੇ ਲਿਆਉਣਗੇ ਤੇ ਉਹਦੇ ਮੁਤਾਬਕ ਜਿਹੜੇ ਫੈਸਲੇ ਆ ਉਹ ਕੀਤੇ ਜਾਣਗੇ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਹੜੇ ਹੁਣ ਸਮਾਲ ਬਿਜ਼ਨੈਸਸ ਨੂੰ ਜੋ ਫੰਡਿੰਗ ਦਿੱਤੀ ਜਾ ਰਹੀ ਸੀ ਜਾਂ ਉਹਨਾਂ ਦੇ ਲਈ ਜੋ ਡਿਸੀਜਨ ਬਣਾਏ ਗਏ ਸੀ, ਉਹਨਾਂ ਨੂੰ ਹੁਣ ਹੋਰ ਜਿਹੜੀ ਉਹਦੇ ਵਿੱਚ ਛੂਟ ਦੇ ਦਿੱਤੀ ਗਈ ਹੈ, ਉਹਦੇ ਵਿੱਚ ਹੋਰ ਚੀਜ਼ਾਂ ਐਡ ਕਰ ਦਿੱਤੀਆਂ ਗਈਆਂ ਨੇ। ਤੇ ਜੇ ਹੁਣ BC ਦੀ ਗੱਲ ਕਰੀਏ ਤਾਂ BC ਦੇ ਵਿੱਚ ਜਿਹੜੀ ਪ੍ਰੋਵਿੰਸ਼ੀਅਲ ਸਰਕਾਰ ਹੈਗੀ ਆ ਉਹਦੇ ਵੱਲੋਂ ਵੀ ਜੋ ਇਸ ਔਖੇ ਸਮੇਂ ਦੇ ਵਿੱਚ ਸਮਾਲ ਬਿਜ਼ਨੈਸਸ ਜਿਹੜੀ ਸੰਘਰਸ਼ ਦੇ ਵਿੱਚੋਂ ਲੰਘ ਰਹੇ ਨੇ, ਥੋੜੀ ਜਿਹੀ ਰਾਹਤ ਦੇਣ ਦਾ ਉਹਨਾਂ ਨੇ ਵੀ ਐਲਾਨ ਕੀਤਾ। ਕੀ ਐਲਾਨ ਕੀਤਾ ਗਿਆ BC ਸਰਕਾਰ ਦੇ ਵੱਲੋਂ? ਇਹਦੇ 'ਚ ਜਿਹੜੀ ਪਹਿਲੀ ਗੱਲ ਅਸਲੀ ਖੁਸ਼ੀ ਦੀ ਗੱਲ ਇਹ ਹੈਗੀ ਹੈ ਕਿ ਇਸ COVID-19 ਨੂੰ ਡੀਲ ਕਰਨ ਵਾਸਤੇ ਸਾਰੀਆਂ ਸਰਕਾਰਾਂ, ਫੈਡਰਲ ਸਰਕਾਰ, ਸੂਬਾ ਸਰਕਾਰ ਤੇ ਈਵਨ ਲੋਕਲ ਸਰਕਾਰਾਂ ਇਕੱਠੀਆਂ ਹੋ ਕੇ ਕੰਮ ਕਰ ਰਹੀਆਂ। ਉਹ ਜਿਹੜੀ ਵੀ ਪਲੈਨਿੰਗ ਕਰਦੇ ਆ ਇੱਕ ਦੂਜੇ ਨੂੰ ਦੇਖ ਕੇ ਕਰਦੇ ਆ। ਪਹਿਲਾ ਫੈਸਲਾ ਜਿਹੜਾ ਆਮ ਤੌਰ ਤੇ ਕੀਤਾ ਜਾਂਦਾ ਉਹ ਫੈਡਰਲ ਸਰਕਾਰ ਵੱਲੋਂ ਕੀਤਾ ਜਾਂਦਾ ਕਿ ਉਹ ਕੈਨੇਡਾ ਦੀ ਸਰਕਾਰ ਹੈ, ਔਰ ਉਹਦੇ ਵਿੱਚ ਜਦੋਂ ਸੂਬਾ ਸਰਕਾਰ ਫੈਸਲਾ ਕਰਦੀ ਹੈ ਉਹ ਦਿਨ ਜਿਵੇਂ ਉਹਦੇ 'ਚ ਗੈਪ ਕਿੱਥੇ ਨੇ ਜਿਹੜੇ ਅਸੀਂ ਸੂਬੇ ਦੇ ਵੱਲੋਂ ਭਰ ਸਕਦੇ ਹਾਂ ਲੋਕਾਂ ਦੀ ਮਦਦ ਕਰਨ ਦੇ ਲਈ, ਉਹਨੂੰ ਦੇਖ ਕੇ ਕੀਤਾ ਜਾਂਦਾ। ਸੋ ਫੈਡਰਲ ਸਰਕਾਰ ਨੇ ਬਹੁਤ ਵੱਡਾ ਪੈਕੇਜ ਜਿਹੜਾ ਲੋਕਾਂ ਨੂੰ ਰਾਹਤ ਦੇਣ ਵਾਸਤੇ ਦਿੱਤਾ ਹੈ। BC ਸਰਕਾਰ ਨੇ ਅੱਜ ਤੋਂ ਕੁਝ ਹਫ਼ਤੇ ਪਹਿਲਾਂ ਜਿਹੜਾ COVID-19 ਐਕਸ਼ਨ ਪਲਾਨ ਦੇ ਥੱਲੇ ਇੱਕ ਪੈਕੇਜ ਦਿੱਤਾ ਸੀ $5 ਬਿਲੀਅਨ ਦਾ, ਜਿਹਦੇ ਵਿੱਚ ਲੋਕਾਂ ਨੂੰ ਮਦਦ ਕੀਤੀ ਗਈ ਸੀਗੀ, ਜਿਵੇਂ ਰੈਂਟਲ ਟੈਂਪਰੇਰੀ ਸਪਲੀਮੈਂਟ ਹੈਗਾ, ਉਸੇ ਤਰੀਕੇ ਨਾਲ ਹੈਲਥ ਕੇਅਰ ਨੂੰ ਮਜ਼ਬੂਤ ਕਰਨ ਵਾਸਤੇ ਫੰਡਿੰਗ ਸੀ, ਤੇ ਇਹਦੇ ਨਾਲ ਜਿਹੜਾ ਬਿਜ਼ਨਸ ਨੂੰ ਸਪੋਰਟ ਕਰਨ ਵਾਸਤੇ ਤੇ ਜਿਹੜੀ ਇਕਨੋਮੀ ਹੈ ਉਹਨੂੰ ਮੁੜ ਬਹਾਲ ਕਰਨ ਵਾਸਤੇ ਵੀ ਸਪੋਰਟ ਉਹਦੇ ਵਿੱਚ ਜਿਹੜੀ ਉਹਦਾ ਜ਼ਿਕਰ ਕੀਤਾ ਗਿਆ ਸੀ। ਕੱਲ ਜਿਹੜਾ BC ਸਰਕਾਰ ਨੇ ਇੱਕ ਵਿਸ਼ੇਸ਼ ਫੈਸਲਾ ਕੀਤਾ ਜਿਹਦੇ ਰਾਹੀਂ ਉਹਨਾਂ ਨੇ ਜਿਹੜੇ ਬਿਜ਼ਨੈਸਿਸ ਨੇ ਜਿਹੜੇ ਉਸ ਕੈਟਾਗਰੀ 'ਚ ਫਾਲ ਕਰਦੇ ਆ ਉਹਨਾਂ ਦੇ ਜਿਹੜੇ ਕਮਰਸ਼ੀਅਲ ਜਿਹੜੇ ਪ੍ਰੋਪਰਟੀ ਟੈਕਸ ਨੇਗੇ ਉਹਨਾਂ ਨੂੰ 25% ਜਿਹੜਾ ਉਹ ਘਟਾ ਦਿੱਤਾ ਗਿਆ। ਕੁਝ ਦਿਨ ਪਹਿਲਾਂ ਜਿਹੜਾ ਫੈਸਲਾ ਕੀਤਾ ਗਿਆ ਸੀਗਾ ਕਿ ਜਿਹੜਾ ਪ੍ਰੋਵਿੰਸ਼ੀਅਲ ਸਕੂਲ ਟੈਕਸ ਹੈਗਾ ਜਿਹੜਾ ਕਮਰਸ਼ੀਅਲ ਬਿਜ਼ਨਸ ਪ੍ਰੋਪਰਟੀ ਤੇ ਲੱਗਦਾ ਉਹਦਾ 50% ਜਿਹੜਾ ਉਸ ਵੇਲੇ ਛੱਡਿਆ ਗਿਆ ਸੀ, ਪਰ ਉਹ ਸਿਰਫ ਸਕੂਲ ਟੈਕਸ ਦਾ ਸੀਗਾ। ਹੁਣ ਉਹਨਾਂ ਨੇ ਉਹਨੂੰ ਹੋਰ ਵਧਾ ਕੇ ਜਿਹੜੇ ਉਹਨਾਂ ਦੇ ਟੋਟਲ ਟੈਕਸ ਨੇ ਜਿਹੜੇ ਕਮਰਸ਼ੀਅਲ ਪ੍ਰੋਪਰਟੀ ਦੇ ਟੋਟਲ ਟੈਕਸ ਨੇਗੇ ਬਿਜ਼ਨਸ ਦੇ, ਉਹਦਾ 25% ਦੀ ਛੋਟ ਦਿੱਤੀ ਗਈ ਹੈ। ਇਹ ਕੁੱਲ ਮਿਲਾ ਕੇ BC ਦੇ ਵਿੱਚ $700 ਮਿਲੀਅਨ ਦਾ ਜਿਹੜਾ ਹੈਗਾ ਉਹ ਰਾਹਤ ਹੈਗੀ ਹੈ ਜਿਹੜੇ ਬਿਜ਼ਨਸ, ਜਿਹੜੀ ਇੱਕ ਬਹੁਤ ਵੱਡੀ ਰਾਹਤ ਹੈ ਕਿ ਉਹ ਇਸ ਔਖੇ ਸਮੇਂ ਦੇ ਵਿੱਚੋਂ ਜਿਹੜਾ ਹੈਗਾ ਉਹ ਨਿਕਲ ਸਕਣ। ਲੋਕਲ ਗਵਰਨਮੈਂਟ ਦੀ ਜੇ ਗੱਲ ਕਰੀਏ, ਲੋਕਲ ਸਰਕਾਰ ਦੀ ਗੱਲ ਕਰੀਏ, ਮਿਊਨਿਸਪਲ ਸਰਕਾਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਉਹਨਾਂ ਨੂੰ ਵੀ ਸਮੱਸਿਆਵਾਂ ਆ ਰਹੀਆਂ ਨੇ, ਕਿਉਂਕਿ ਪਿਛਲੇ ਦਿਨੀ ਅਸੀਂ ਸੁਣਿਆ ਸੀ ਕਿ ਪ੍ਰੋਪਰਟੀ ਟੈਕਸ ਜਿਹੜੇ ਨੇ ਉਹ ਬਹੁਤੇ ਲੋਕ ਨਹੀਂ ਦੇ ਪਾਉਣਗੇ, ਤੇ ਜਿਹੜੀ ਲੋਕਲ ਸਰਕਾਰ ਹੈਗੀ ਆ ਉਹ ਵੀ ਆਰਥਿਕ ਸਮੱਸਿਆ ਦਾ ਸਾਹਮਣਾ ਕਰ ਰਹੀ ਹੈ, ਇਕਨੋਮੀ ਲਾਸ ਦਾ ਸਾਹਮਣਾ ਕਰ ਰਹੀ ਹੈ। ਉਹ ਮੰਗ ਰਹੀ ਹੈ ਮਦਦ ਕਿ ਸਾਨੂੰ ਸਰਕਾਰ ਦੇ ਵੱਲੋਂ ਕੁਝ ਮਦਦ ਦਿੱਤੀ ਜਾਵੇ ਤਾਂ ਕਿ ਅਸੀਂ ਜਿਹੜੀ ਲੋਕਾਂ ਦੀ ਮਦਦ ਅੱਗੇ ਕਰ ਸਕੀਏ। ਸੋ BC ਸਰਕਾਰ ਵੱਲੋਂ ਲੋਕਲ ਸਰਕਾਰ ਵਾਸਤੇ ਵੀ ਜੋ ਪਲਾਨ ਜਿਹੜਾ ਦਿੱਤਾ ਗਿਆ ਸੀਗਾ ਉਹਨਾਂ ਨੂੰ ਐਲਾਨ ਕੀਤਾ ਗਿਆ ਉਹਨਾਂ ਨੂੰ ਆਰਥਿਕ ਮਦਦ ਦੇਣ ਦਾ। ਸੋ ਕੀ ਐਲਾਨ ਕੀਤਾ ਗਿਆ ਹੈ BC ਸਰਕਾਰ ਦੇ ਵੱਲੋਂ? COVID-19 ਨੇ ਅਰਸ਼ ਜੀ BC ਦੇ ਔਰ ਮੈਂ ਕਹਿੰਦਾ ਵੀ ਜਿਹੜੀ ਗਲੋਬਲ ਕਮਿਊਨਿਟੀ ਦੇ ਸਾਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਔਰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ, ਜਿਹਦੇ ਵਿੱਚ ਜਿਹੜਾ ਮਿਊਨਿਸਪਲ ਸਰਕਾਰਾਂ ਵੀ ਹੈਗੀਆਂ ਔਰ ਸੂਬਾ ਸਰਕਾਰ ਵੀ ਹੈਗੀ ਹੈ, ਫੈਡਰਲ ਸਰਕਾਰ ਵੀ ਹੈਗੀ, ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਜਿਹੜੀਆਂ ਲੋਕਲ ਸਰਕਾਰਾਂ ਨੇ ਆਪਾਂ ਪਿਛਲੇ ਦਿਨਾਂ ਦੇ ਵਿੱਚ ਖਬਰ ਸੁਣੀ ਹੈ, ਤੁਸੀਂ ਵੀ ਆਪਣੇ TV ਤੋਂ ਗੱਲਬਾਤ ਕੀਤੀ ਉਹਦੇ ਬਾਰੇ ਕਿ ਉਹਨਾਂ ਦੇ ਕੋਲੇ ਹੁਣ ਕੈਪੈਸਿਟੀ ਨਹੀਂ ਕਿ ਉਹ ਆਪਣੀ ਜਿਹੜੀ ਡੇ ਟੂ ਡੇ ਆਪਰੇਸ਼ਨ ਹੈ ਉਹਨੂੰ ਉਹ ਜਾਰੀ ਰੱਖ ਸਕਣ, ਕਿਉਂਕਿ ਜਦੋਂ ਟੈਕਸ ਪਿੱਛੇ ਪਾ ਦਿੱਤੇ ਗਏ ਬਹੁਤ ਸਾਰੇ ਜ਼ਿਆਦਾ ਟੈਕਸ ਜਿਹੜੇ ਟੈਕਸ ਉਹਨਾਂ ਨੂੰ ਜਿਹਨਾਂ ਨਾਲ ਰੈਵਨਿਊ ਇਕੱਠਾ ਕਰਕੇ ਉਹ ਆਪਣਾ ਜਿਹੜਾ ਉਹ ਆਪਰੇਸ਼ਨ ਚਲਾਉਂਦੇ ਸੀ ਉਹ ਹੁਣ ਨਹੀਂ ਮਿਲਣੇ, ਉਹਦੇ ਕਰਕੇ ਉਹਨਾਂ ਕੋਲੇ ਰੈਵਨਿਊ ਨਹੀਂ ਕਿ ਉਹ ਆਪਣੀਆਂ ਜਿਹੜੀਆਂ ਸਰਵਿਸਿਜ਼ ਨੂੰ ਮੇਨਟੇਨ ਕਰ ਸਕਦੇ। तो ਉਹਦੇ ਵਾਸਤੇ ਕੱਲ ਸੂਬਾ ਸਰਕਾਰ ਨੇ ਇੱਕ ਵਿਸ਼ੇਸ਼ ਐਲਾਨ ਕੀਤਾ ਜਿਹਦੇ ਨਾਲ ਉਹਨਾਂ ਨੇ ਕਰਕੇ ਉਹਨਾਂ ਨੂੰ ਇਹ ਗੱਲ ਇਜਾਜ਼ਤ ਦਿੱਤੀ ਜਿਹੜੀ ਕਿ ਪਹਿਲਾਂ ਆਮ ਤੌਰ ਦੇ ਉੱਤੇ ਉਹ ਜਿਹੜੀ ਹੈਗੀ ਹੈ ਉਹ ਹੈ ਨਹੀਂ ਗੀ ਕਿ ਜਿਹੜਾ ਉਹਨਾਂ ਦਾ ਕੈਪੀਟਲ ਕੈਸ਼ ਰਿਜ਼ਰਵ ਹੈਗਾ। ਹਰ ਜਿਹੜੀ ਲੋਕਲ ਸਰਕਾਰ ਕੋਲ ਇੱਕ ਕੈਪੀਟਲ ਕੈਸ਼ ਰਿਜ਼ਰਵ ਫੰਡ ਹੁੰਦਾ ਹੈ ਜਿਹੜਾ ਬੇਸਿਕਲੀ ਜਿਹੜਾ ਇਨਫਰਾਸਟ੍ਰਕਚਰ ਬਣਾਉਣ ਵਾਸਤੇ ਹੁੰਦਾ, ਜਿਵੇਂ ਕੋਈ ਰੈਕ ਸੈਂਟਰ ਬਣਾਉਣਾ ਹੋਵੇ ਜਾਂ ਸਿਟੀ ਨੇ ਕੋਈ ਹੋਰ ਚੀਜ਼ ਬਣਾਉਣੀ ਹੈ, ਕੋਈ ਬਿਲਡਿੰਗ ਬਣਾਉਣੀ, ਉਹਦੇ ਵਾਸਤੇ ਜਿਹੜਾ ਉਹ ਹੁੰਦਾ। ਉਹਦੇ ਵਿੱਚੋਂ ਉਹ ਜਿਹੜਾ ਟੈਕਸ ਫ੍ਰੀ ਪੈਸੇ ਲੈ ਕੇ ਜਿਹੜਾ ਆਪਣਾ ਆਪਰੇਸ਼ਨ ਚਲਾ ਸਕਦੇ ਆ, ਉਹ ਸੂਬਾ ਸਰਕਾਰ ਨੇ ਉਹਨਾਂ ਨੂੰ ਇਜਾਜ਼ਤ ਦਿੱਤੀ ਹੈ ਜਿਹਦੇ ਨਾਲ ਉਹ ਇੱਕ ਔਖੇ ਸਮੇਂ ਦੇ ਵਿੱਚੋਂ ਨਿਕਲ ਸਕਦੇ। ਉਹਦੇ ਨਾਲ ਨਾਲ ਉਹਨਾਂ ਨੇ ਜਿਹੜੀ ਸੂਬਾ ਸਰਕਾਰ ਨੇ ਇੱਕ ਹੋਰ ਵੀ ਰਾਹ ਦਿੱਤੀ ਉਹਨਾਂ ਨੂੰ ਕਿ ਜਿਹੜਾ ਪ੍ਰੋਵਿੰਸ਼ੀਅਲ ਸਕੂਲ ਟੈਕਸ ਹੈ ਉਹ ਕਲੈਕਟ ਕਰਕੇ ਸੂਬਾ ਸਰਕਾਰ ਨੂੰ ਜਮ੍ਹਾਂ ਕਰਾਉਂਦੇ, ਉਹਦੇ ਜਿਹੜੇ ਜਮ੍ਹਾਂ ਕਰਾਉਣ ਦੀ ਜਿਹੜੀ ਮਿਤੀ ਹੈ ਉਹ ਡਿਲੇ ਕਰ ਦਿੱਤੀ ਗਈ ਹੈ ਸਾਲ ਦੇ ਐਂਡ ਤੱਕ, ਤਾਂ ਕਿ ਉਹ ਉਸ ਕੈਸ਼ ਨੂੰ ਯੂਜ਼ ਕਰਕੇ ਉਹ ਆਪਣੇ ਜਿਹੜੇ ਕੰਮ ਚਲਾ ਸਕਣ। ਇਸ ਜਿਹੜਾ ਇਹਦੇ ਵਿੱਚ ਜਿਹੜੇ ਆਪਰੇਸ਼ਨ ਫੰਡਿੰਗ ਹੈਗੀ ਉਹਦੇ ਵਿੱਚ ਜਿਹੜਾ ਮੋਟੇ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ EMPLOYE ਨੇ ਉਹਨਾਂ ਦੀਆਂ ਸੈਲਰੀ ਵੀ ਸ਼ਾਮਲ ਨੇ। ਸੋ ਇਹਦੇ ਨਾਲ ਜਿਹੜਾ ਉਹਨਾਂ ਨੂੰ ਰਾਹਤ ਮਿਲੇਗੀ ਤੇ ਉਹ ਆਪਣੀਆਂ ਜਿਹੜੀਆਂ ਸਰਵਿਸਿਜ਼ ਨੇ ਉਹਨਾਂ ਨੂੰ ਉਹ ਜਾਰੀ ਰੱਖ ਸਕਦੇ ਆ।
ਸੋ ਕੁੱਲ ਮਿਲਾ ਕੇ ਸਾਰੀਆਂ ਸਰਕਾਰਾਂ ਕੰਮ ਕਰ ਰਹੀਆਂ ਨੇ ਤਾਂ ਕਿ ਲੋਕਾਂ ਨੂੰ ਇਸ ਔਖੇ ਸਮੇਂ ਦੇ ਵਿੱਚੋਂ ਬਾਹਰ ਕੱਢਿਆ ਜਾਵੇ। ਸੋ ਜਿਹੜੀ ਇਕੋਨਮੀ ਹੈਗੀ ਆ ਉਹ ਤਾਂ ਜ਼ਰੂਰ ਲਾਸ ਦੇ ਵਿੱਚ ਜਾਏਗੀ। ਸੋ ਤੁਹਾਨੂੰ ਲੱਗਦਾ ਹੈ ਕਿ ਲਾਸ ਦੇ ਵਿੱਚ ਜੋ ਅਸੀਂ ਇਸ ਸਾਲ ਦੇ ਵਿੱਚ ਲੰਘਾਂਗੇ ਤੇ ਇਹਦੇ ਲਈ ਜਿਹੜੇ ਪਲੈਨਿੰਗ ਆਲਰੇਡੀ ਸਟਾਰਟ ਹੋ ਚੁੱਕੀ ਹੈ ਜਾਂ 2021 ਦੇ ਵਿੱਚ ਕਿਸ ਤਰ੍ਹਾਂ ਦੇਖ ਰਹੀ ਹੈ ਸਰਕਾਰ ਇਸ ਇਕੋਨੋਮਿਕ ਲਾਸ ਨੂੰ? ਜਿਹੜੀ ਇਕੋਨਮੀ ਦਾ ਆਫ ਕੋਰਸ ਆਪਾਂ ਦੇਖ ਰਹੇ ਹਾਂ ਚਾਰੇ ਪਾਸੇ ਜਿਹੜੀ ਸਾਡੀ ਇਕੋਨਮੀ ਨੂੰ ਬਹੁਤ ਵੱਡਾ ਜਿਹੜਾ ਉਹ ਹਿੱਟ ਹੋਣਾ। ਇਹ ਇਸੇ ਕਰਕੇ ਜਿਹੜੀ ਜਦੋਂ ਕੋਵਿਡ-19 ਨੂੰ ਤੁਸੀਂ ਡੀਲ ਕਰਦੇ ਹੋ ਉਹਦੇ ਵਿੱਚ ਦੋ ਚੀਜ਼ਾਂ ਨੂੰ ਤੁਹਾਨੂੰ ਧਿਆਨ 'ਚ ਰੱਖਣਾ ਪੈਂਦਾ, ਜਿਹੜੀ ਸਰਕਾਰਾਂ ਰੱਖ ਰਹੀਆਂ ਧਿਆਨ ਦੇ ਵਿੱਚ। ਇੱਕ ਹੈਗਾ ਕਿ ਪਬਲਿਕ ਸੇਫਟੀ ਕੀ ਹੈ, ਦੂਜਾ ਹੈਗਾ ਕਿ ਇਕੋਨਮੀ ਕੀ ਹੈ। ਕਿਉਂਕਿ ਜਦੋਂ ਤੁਸੀਂ ਇਕੋਨਮੀ ਦਾ ਕੁਝ ਹਿੱਸਾ ਬੰਦ ਕਰਨਾ ਹੈ, ਨੈਚੁਰਲੀ ਉਹਨੇ ਇਕੋਨਮੀ ਦੇ ਉੱਤੇ ਨੈਗੇਟਿਵ ਇੰਪੈਕਟ ਕਰਨਾ, ਕਿਉਂਕਿ ਲੋਕਾਂ ਦੀਆਂ ਜਿਹੜੀਆਂ ਜੌਬਾਂ ਚਲੀਆਂ ਜਾਣੀਆਂ, ਲੋਕ ਬਹੁਤ ਇੰਪਲੋਇਮੈਂਟ ਵੱਧ ਜਾਣੀ ਹੈ। ਇੰਪਲੋਇਮੈਂਟ ਵਧਣ ਦੇ ਨਾਲ ਹੋਰ ਬਹੁਤ ਸਾਰੀਆਂ ਸਮੱਸਿਆਵਾਂ ਜਿਹੜੀਆਂ ਉਹ ਆ ਸਕਦੀਆਂ ਤੇ ਇਕੋਨਮੀ ਨੂੰ ਹਿੱਟ ਹੁੰਦਾ। ਪਰ ਐਟ ਦੀ ਸੇਮ ਟਾਈਮ ਇਸ ਵੇਲੇ ਕਿਉਂਕਿ ਪਬਲਿਕ ਸੇਫਟੀ ਬਹੁਤ ਇੰਪੋਰਟੈਂਟ ਹੈ, ਇਸ ਕਰਕੇ ਸਾਨੂੰ ਜਿਹੜੇ ਕੁਝ ਬਿਜ਼ਨਸ ਜਿਹੜੇ ਉਹ ਬੰਦ ਕਰਨੇ ਪਏ, ਕਿਉਂਕਿ ਪਬਲਿਕ ਸੇਫਟੀ ਬਹੁਤ ਇੰਪੋਰਟੈਂਟ ਜਿਹੜੀ ਮੇਨ ਮੁੱਦਾ ਜਿਹੜੀ ਬਣ ਚੁੱਕੀ ਸੀ। ਪਰ BC ਦੇ ਵਿੱਚ ਮੈਂ ਇਹ ਗੱਲ ਤੁਹਾਨੂੰ ਦੱਸ ਸਕਦਾ ਕਿ BC ਦੇ ਲੋਕਾਂ ਦੇ ਵੱਡੇ ਸਹਿਯੋਗ ਕਰਕੇ ਅਸੀਂ ਇਕੋਨਮੀ ਦਾ ਵੱਡਾ ਹਿੱਸਾ ਖੁੱਲਾ ਰੱਖਦੇ ਹੋਏ ਅਸੀਂ ਕੋਵਿਡ-19 ਦੀ ਕਰਵ ਨੂੰ ਬੈਂਡ ਕਰਨ ਦੇ ਵਿੱਚ ਕਾਮਯਾਬ ਹੋਏ ਹਾਂ। ਜਿਹੜੀ ਕਿ ਬਹੁਤ ਸਾਰੀਆਂ ਹੋਰ ਜਿਹੜੇ ਆਪਾਂ ਜੁਰਿਸਡਿਕਸ਼ਨ ਦੇਖੀਏ ਉਹਨਾਂ ਦੇ ਵਿੱਚ ਇੰਨੇ ਇਕੋਨਮੀ ਦੇ ਹਿੱਸੇ ਖੁੱਲੇ ਨਹੀਂ ਹਨ, ਇਹ ਤੋਂ ਜ਼ਿਆਦਾ ਬੰਦ ਕਰ ਦਿੱਤੇ ਗਏ। ਸੋ ਇਕੋਨਮੀ ਦਾ ਨੁਕਸਾਨ, ਜਿੰਨੇ ਜ਼ਿਆਦਾ ਇਕੋਨਮੀ ਦੇ ਸੈਕਟਰ ਬੰਦ ਹੋਣੇ ਉਹਨਾਂ ਵੱਡਾ ਨੁਕਸਾਨ ਹੋਣਾ, ਉਹਨੂੰ ਦੁਬਾਰਾ ਵਾਪਸ ਲਿਆਉਣ ਦੇ ਵਿੱਚ ਓਨਾ ਹੀ ਔਖਾ ਹੋਣਾ। ਤੋ ਅਸੀਂ ਸ਼ੁਰੂ ਦੇ ਵਿੱਚ ਜਿਹੜੀ ਇਕੋਨਮੀ ਦੇ ਰਿਲੇਟਿਵਲੀ ਬਾਕੀਆਂ ਦੇ ਆਪਾਂ ਜੇ ਮੁਕਾਬਲੇ 'ਚ ਦੇਖੀਏ ਤਾਂ ਘੱਟ ਸੈਕਟਰ ਬੰਦ ਕੀਤੇ ਆ, ਤੇ ਉਹਦੇ ਨਾਲ ਸਾਡਾ ਇੱਥੇ ਨੁਕਸਾਨ ਹੋਣਾ ਹੈ ਪਰ ਘੱਟ ਹੋਣਾ। ਇਹ ਕਿੰਨਾ ਹੋਊਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਹੈਗਾ ਇਹਦਾ ਅੰਦਾਜ਼ਾ ਲੱਗੂਗਾ ਕਿ ਕਿੰਨਾ ਨੁਕਸਾਨ ਹੈ। ਪਰ ਅਸੀਂ ਉਹਦੇ ਵਿੱਚੋਂ ਲੋਕਾਂ ਦੀ ਬਿਜ਼ਨਸ ਦੀ ਮਦਦ ਕਰਨ ਵਾਸਤੇ ਹਰ ਉਹ ਕਦਮ ਜਿਹੜਾ ਚੁੱਕਣ ਦੀ ਲੋੜ ਆ ਉਹ ਸਮੇਂ-ਸਮੇਂ ਸਰਕਾਰ ਉਹ ਚੁੱਕ ਰਹੀ ਹੈ। ਫਰੰਟ ਲਾਈਨ ਵਰਕਰਸ ਨੂੰ ਅਸੀਂ ਜੇ ਗੱਲ ਕਰੀਏ ਤਾਂ ਉਹਨਾਂ ਦਾ ਸਭ ਤੋਂ ਵੱਡਾ ਯੋਗਦਾਨ ਹੈਗਾ ਆ ਕਿ ਜੇ ਸਾਨੂੰ ਸਟੇ ਹੋਮ ਦੇ ਲਈ ਕਿਹਾ ਗਿਆ ਕਿ ਘਰਾਂ ਦੇ ਵਿੱਚ ਰਹੋ, ਪਰ ਉਹ ਘਰਾਂ ਦੇ ਵਿੱਚ ਨਹੀਂ ਰਹਿ ਸਕਦੇ, ਉਹ ਵੱਡੀ ਗਿਣਤੀ ਦੇ ਵਿੱਚ ਕੰਮ ਕਰ ਰਹੇ ਨੇ। ਤੇ ਪਰ BC ਦੇ ਵਿੱਚ ਜਿਹੜੇ ਕੇਸ ਨੇ ਉਹ ਨਾਰਮਲ ਵੀ ਹੁੰਦੇ ਜਾ ਰਹੇ ਨੇ, ਪਰ ਫਿਰ ਵੀ ਜੇ ਲੌਂਗ ਟਰਮ ਕੇਅਰ ਹੋਮ ਦੀ ਗੱਲ ਕਰ ਲਈਏ ਉੱਥੇ ਫਿਰ ਵੀ ਕੇਸ ਜਿਹੜੇ ਹੈਗੇ ਆ ਉਹ ਸਾਹਮਣੇ ਆ ਰਹੇ ਨੇ। ਸੋ ਫਰੰਟ ਲਾਈਨ ਵਰਕਰਸ ਦੇ ਨਾਲ ਜਿਹੜਾ ਉਹ ਚਾਹੇ ਉਹ ਫੈਡਰਲ ਸਰਕਾਰ ਹੈਗੀ ਹੈ, ਪ੍ਰੋਵਿੰਸ਼ੀਅਲ ਸਰਕਾਰ ਹੈਗੀ ਆ, ਉਹਨਾਂ ਲਈ ਵੀ ਕੰਮ ਕਰ ਰਹੀ ਹੈ। ਪਰ ਪ੍ਰੋਵਿੰਸ਼ੀਅਲ ਸਰਕਾਰ ਦੇ ਵੱਲੋਂ ਜੋ BC ਦੇ ਵਿੱਚ ਕੰਮ ਕਰਦੇ ਨੇ ਉਹਨਾਂ ਦੇ ਲਈ ਕੋਈ ਹਦਾਇਤਾਂ ਜਾਂ ਉਹਨਾਂ ਦੇ ਲਈ ਕੁਝ ਨਵੀਂ ਚੀਜ਼ ਸਾਹਮਣੇ ਆਈ ਹੈ ਜਾਂ ਉਹਨਾਂ ਦੇ ਲਈ ਕੁਝ ਅਨਾਉਂਸਮੈਂਟ ਆਈ ਹੈ? ਪਹਿਲੀ ਗੱਲ ਤਾਂ ਇਹ ਹੈਗੀ ਜੀ ਕਿ ਜਿਹੜੇ ਹੈਲਥ ਕੇਅਰ 'ਚ ਕੰਮ ਕਰਨ ਵਾਲੇ ਜਿਹੜੇ ਵਰਕਰਸ ਨੇ, ਲੋਕ ਨੇ, ਉਹਨਾਂ ਦਾ ਸਾਨੂੰ ਸਾਰਿਆਂ ਨੂੰ ਰਲ ਕੇ ਜਿੰਨਾ ਵੀ ਆਪਾਂ ਸ਼ੁਕਰੀਆ ਕਰ ਸਕਦੇ ਉਨਾ ਹੀ ਸ਼ੁਕਰੀਆ ਕਰਨਾ ਚਾਹੀਦਾ। ਕਿਉਂਕਿ ਇਸ ਵੇਲੇ ਇੱਕ ਔਖੇ ਸਮੇਂ ਦੇ ਵਿੱਚ ਜਦੋਂ ਕਿ ਆਮ ਵਿਅਕਤੀ ਗੈਸ ਸਟੇਸ਼ਨ ਤੇ ਗੈਸ ਪਾਉਣ ਤੋਂ ਵੀ ਡਰਦਾ, ਉਸ ਵੇਲੇ ਉਹ ਜਿਹੜੇ ਕੋਵਿਡ-19 ਦੇ ਪੇਸ਼ੈਂਟਸ ਨੂੰ ਐਕਚੁਅਲੀ ਉਹਨਾਂ ਦਾ ਇਲਾਜ ਕਰ ਰਹੇ ਨੇ, ਉਸ ਵੇਲੇ ਉੱਥੇ ਜਾ ਕੇ ਜਾਂ ਉਹਨਾਂ ਦੇ ਟੈਸਟ ਕਰ ਰਹੇ ਨੇ, ਆਪਣੇ ਬੱਚਿਆਂ ਨੂੰ ਘਰੇ ਛੱਡ ਕੇ, ਆਪਣੇ ਪਰਿਵਾਰਾਂ ਨੂੰ ਘਰੇ ਛੱਡ ਕੇ ਉੱਥੇ ਜਾਂਦੇ ਆ। ਤੇ ਇਹ ਇੱਕ ਬਹੁਤ ਵੱਡਾ ਜਿਹੜੀ ਪਬਲਿਕ ਸਰਵਿਸ ਹੈਗੀ ਹੈ। ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਦੱਸਦਿਆਂ ਨੂੰ ਕਿ ਮੈਨੂੰ ਇਹੋ ਜਿਹੀਆਂ ਕਾਲਾਂ ਵੀ ਕੁਛ ਆਈਆਂ ਜਿਹੜੇ ਹੋਰ ਸੈਕਟਰ ਦੇ ਵਿੱਚੋਂ ਵੀ ਸਾਡੇ ਲਈ ਬੜਾ ਔਖਾ, ਸਾਡਾ ਸੈਕਟਰ ਵੀ ਬੰਦ ਕਰੋ। ਤੇ ਉਹਨਾਂ ਨੂੰ ਇਹੀ ਗੱਲ ਕਹੀ ਹੈ ਕਿ ਜੇ ਸਭ ਤੋਂ ਜ਼ਿਆਦਾ ਔਖਾ ਕਿਸੇ ਨੂੰ ਹੈ ਤਾਂ ਉਹ ਹੈਲਥ ਕੇਅਰ ਵਰਕਰਸ ਨੂੰ ਹੈ, ਜਿਹੜੇ ਉਹਨਾਂ ਦਾ ਇਲਾਜ ਕਰ ਰਹੇ ਆ। ਔਰ ਖੁਸ਼ੀ ਦੀ ਇਹ ਗੱਲ ਹੈਗੀ ਕਿ 800 ਨਰਸ ਜਿਹੜੀ ਹੈਗੀ ਹੈ, ਨਰਸ ਜਿਹੜੇ ਸੀਗੇ ਉਹ ਵਾਪਸ ਆ ਗਏ ਆ, ਜਿਹੜੇ ਕਿ ਰਿਟਾਇਰ ਹੋ ਚੁੱਕੇ ਸੀ ਜਾਂ ਆਪਣੀ ਜੌਬ ਛੱਡ ਚੁੱਕੇ ਸੀ, ਕਿ ਅਸੀਂ ਪਬਲਿਕ ਸਰਵਿਸ ਕਰਨੀ ਹੈ। ਇਹੀ ਜਿਹੜਾ ਬੈਸਟ ਟਾਈਮ ਹੈ ਸਾਨੂੰ ਆਪਣੀ ਸਰਵਿਸ ਦਿਖਾਉਣ ਦਾ। ਇਸੇ ਤਰੀਕੇ ਨਾਲ ਕਾਫੀ ਵੱਡੀ ਗਿਣਤੀ ਡਾਕਟਰ ਜਿਹੜੇ ਰਿਟਾਇਰ ਹੋ ਚੁੱਕੇ ਸੀ, ਜਿਨ੍ਹਾਂ ਨੂੰ ਪੈਸੇ ਦੀ ਲੋੜ ਨਹੀਂ ਹੈ, ਉਹ ਵੀ ਵਾਪਸ ਆ ਚੁੱਕੇ ਪਬਲਿਕ ਸਰਵਿਸ ਦੇ ਲਈ। ਉਹਨਾਂ ਦਾ ਬੜਾ ਬਹੁਤ ਧੰਨਵਾਦ ਹੈ। ਉਹਨਾਂ ਨੂੰ ਪ੍ਰੋਟੈਕਟ ਕਰਨ ਵਾਸਤੇ ਜਿਹੜੀ ਟੈਸਟਿੰਗ ਸਟ੍ਰੈਟਜੀ ਹੈਗੀ ਉਹਦੇ ਵਿੱਚ ਜਿਹੜੇ ਹੈਲਥ ਕੇਅਰ ਵਰਕਰਸ ਨੂੰ ਉਹਨਾਂ ਨੂੰ ਪ੍ਰਾਇਓਰਟੀ ਮਿਲਦੀ ਹੈ, ਕਿਉਂਕਿ ਇਹ ਉਹਨਾਂ ਦੀ ਵੀ ਸੇਫਟੀ ਹੈ ਔਰ ਉਹਦੇ ਨਾਲ ਦੀ ਪਬਲਿਕ ਦੀ ਸੇਫਟੀ ਵੀ ਹੈਗੀ ਹੈ। ਉਹਦੇ ਮੁਤਾਬਕ ਜਿਹੜੀਆਂ ਹੋਰ ਵੀ ਤਬਦੀਲੀਆਂ ਕੀਤੀਆਂ ਗਈਆਂ, ਮਿਸਾਲ ਦੇ ਤੌਰ ਦੇ ਉੱਤੇ ਜਿਵੇਂ ਕੇਅਰ ਹੋਮਸ ਨੇ ਜਿਹੜੀ ਗੱਲ ਕੀਤੀ ਹੈ, ਉੱਥੇ ਪਹਿਲਾਂ ਕਈ ਵਾਰੀ ਇੱਕ ਵਰਕਰ 2-3 ਕੇਅਰ ਹੋਮ 'ਚ ਕੰਮ ਕਰਦਾ ਸੀਗਾ। ਉਸ ਤੋਂ ਬਾਅਦ ਜਦੋਂ ਪ੍ਰੋਵਿੰਸ਼ੀਅਲ ਹੈਲਥ ਅਫੀਸਰ ਨੇ ਆਰਡਰ ਜਾਰੀ ਕੀਤੇ ਵੀ ਇੱਕ 'ਚ ਕੰਮ ਕਰ ਸਕਦਾ, ਕਿਉਂਕਿ ਜਿਹੜੀ ਕੋਵਿਡ-19 ਨੂੰ ਦਾ ਫੈਲਾਅ ਘਟਾਇਆ ਜਾਵੇ, ਤਾਂ ਉਹਦੇ ਵਿੱਚ ਜਿਹੜੀ BC ਸਰਕਾਰ ਨੇ ਪਿੱਛੋਂ ਆ ਕੇ ਜਿਹੜੀ ਉਹ ਮਦਦ ਕੀਤੀ ਹੈ ਕਿ ਜਿਹੜੀ ਵੀ ਫੰਡਿੰਗ ਦੀ ਲੋੜ ਹੈਗੀ ਹੈ, ਹਾਲਾਂਕਿ ਉਹਨਾਂ ਦੇ ਵਿੱਚੋਂ ਕੁਝ ਪ੍ਰਾਈਵੇਟ ਵੀ ਹੋ ਸਕਦੇ ਆ, ਤਾਂ ਉਹ ਫੰਡਿੰਗ ਜਿਹੜੀ ਉਹਨਾਂ ਨੂੰ ਇਹ ਪਾਲਿਸੀ ਨੂੰ ਮੇਨਟੇਨ ਕਰਨ ਵਾਸਤੇ ਜਿਹੜੀ ਫੰਡਿੰਗ ਦਿੱਤੀ ਗਈ ਹੈ। ਇਸੇ ਤਰੀਕੇ ਨਾਲ ਟੂ ਮੇਕ ਸ਼ੋਰ ਉਹਨਾਂ ਕੋਲ ਪ੍ਰੋਪਰ ਇਕੁਇਪਮੈਂਟ ਹੋਣ, ਉਹਦੀ ਫੰਡਿੰਗ ਦੇ ਕੇ ਇਮੀਡੀਏਟਲੀ ਸਾਰੇ ਇਕੁਇਪਮੈਂਟ ਦਾ ਪ੍ਰਬੰਧ ਕੀਤਾ ਗਿਆ ਸਾਰੇ। ਉਹ ਹਰ ਲੈਵਲ ਦੇ ਉੱਤੇ ਜਿਹੜੀ ਹੈਗੀ ਹੈ ਉਹ ਮਦਦ ਜਿਹੜੀ ਉਹਨਾਂ ਦੀ ਕੀਤੀ ਜਾ ਰਹੀ ਹੈ। ਤੇ ਅਸੀਂ ਫਿਰ ਵੀ ਇੱਕ ਵਾਰੀ ਫਿਰ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਬਹੁਤ ਔਖੇ ਸਮੇਂ ਦੇ ਵਿੱਚ BC ਦੇ ਲੋਕਾਂ ਦਾ ਬਹੁਤ ਵੱਡਾ ਜਿਹੜਾ ਸਹਿਯੋਗ ਦੇ ਕੇ ਇਸ ਕਰਵ ਨੂੰ ਬੈਂਡ ਕੀਤਾ।
ਯਾ ਸਲੂਟ ਟੂ them ਕਿ ਉਹ ਹਜੇ ਵੀ ਇਸ ਔਖੀ ਘੜੀ ਦੇ ਵਿੱਚ ਜਿਹੜੇ ਹੈਗੇ ਆ, ਜੇ ਹੁਣ ਅਸੀਂ ਗੱਲ ਕਰ ਲਈਏ ਕਿ ਇੱਕ ਅਨਦਰ ਜੰਗ ਹੈਗੀ ਹੈ ਜਿਹੜੀ ਅਸੀਂ ਲੜ ਰਹੇ ਹਾਂ ਸਾਰੇ ਜਾਣੇ, ਜੀ ਪਰ ਅਸੀਂ ਤਾਂ ਘਰਾਂ ਦੇ ਵਿੱਚ ਬੈਠੇ ਹਾਂ, ਉਹ ਇੱਕ ਜਿੱਦਾਂ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਨੇ ਸਾਡੇ ਦੇ ਲਈ, ਤੇ ਉਹਨਾਂ ਨੂੰ ਇੱਕ ਥੈਂਕ ਯੂ ਇੱਕ ਵਾਰੀ ਫੇਰ ਸਾਡੇ ਸਾਰਿਆਂ ਦੇ ਵੱਲੋਂ ਬਣਦਾ ਹੈਗਾ ਆ ਕਿ ਉਹ ਕੰਮ ਕਰ ਰਹੇ ਨੇ ਇਸ ਔਖੀ ਘੜੀ ਦੇ ਵਿੱਚ ਵੀ। ਪਰ ਹੁਣ ਜਿਹੜੀ BC ਸਰਕਾਰ ਦੇ ਵੱਲੋਂ ਯੂਨੀਵਰਸਿਟੀ ਦੇ ਵਿੱਚ ਜਾਂ ਕਾਲਜ ਦੇ ਵਿੱਚ ਸਟੂਡੈਂਟਸ ਨੇ, ਉਹਨਾਂ ਦੇ ਲਈ ਜੋ ਮੈਂਟਲ ਹੈਲਥ ਸਰਵਿਸਿਜ਼ ਨਵੀਂ ਚਲਾਈ ਗਈ ਹੈ, ਨਵੀਂ ਅਨਾਉਂਸਮੈਂਟ ਜਿਹੜੀ ਕੱਲ ਆਈ ਹੈਗੀ ਹੈ, ਸੋ ਉਹਦੇ ਬਾਰੇ ਦੱਸੋ ਕਿ ਕੀ ਹੈ ਉਹ ਸਰਵਿਸ ਜਿਹੜੀ ਦਿੱਤੀ ਗਈ ਹੈਗੀ ਹੈ ਸਟੂਡੈਂਟਸ ਨੂੰ। ਅਸੀਂ ਜਿਹੜੇ ਵਿਦਿਆਰਥੀ ਨੇ ਯੂਨੀਵਰਸਿਟੀਆਂ ਦੇ ਕਾਲਜਸ ਦੇ ਜਿਹੜੇ ਹੈਗੇ, ਉਹਨਾਂ ਦੇ ਉੱਤੇ ਵੀ ਕੋਵਿਡ-19 ਨੇ ਬਹੁਤ ਵੱਡਾ ਜਿਹੜਾ ਪ੍ਰਭਾਵ ਪਾਇਆ। ਚਾਹੇ ਇਹਨਾਂ ਦੇ ਵਿੱਚੋਂ ਜਿਹੜੀ ਇਹ ਜਨਰੇਸ਼ਨ ਹੈਗੀ, ਇਹਨਾਂ ਨੂੰ ਕੋਵਿਡ-19 ਨੇ ਐਜ਼ ਏ ਵਾਇਰਸ ਪ੍ਰਭਾਵਿਤ ਨਹੀਂ ਕੀਤਾ, ਪਰ ਇਹਨਾਂ ਦੀ ਜ਼ਿੰਦਗੀ ਨੂੰ ਬਹੁਤ ਵੱਡਾ ਪ੍ਰਭਾਵਿਤ ਕੀਤਾ। ਉਹਦੇ ਵਿੱਚ ਵਿਸ਼ੇਸ਼ ਤੌਰ ਦੇ ਉੱਤੇ ਬਹੁਤ ਸਾਰੇ ਜਿਹੜੇ ਇਹ ਵਿਦਿਆਰਥੀ ਨੇ ਜਿਨ੍ਹਾਂ ਨੂੰ ਮੈਂਟਲ ਹੈਲਥ ਜਿਹੜੀਆਂ ਦਿਮਾਗੀ ਸਮੱਸਿਆਵਾਂ ਆ ਜਾਂਦੀਆਂ, ਚਾਹੇ ਉਹ ਐਂਗਜ਼ਾਇਟੀ ਹੋਵੇ ਜਾਂ ਡਿਪਰੈਸ਼ਨ ਹੋਵੇ, ਇਸ ਕਿਸਮ ਦੀਆਂ ਸਮੱਸਿਆਵਾਂ ਉਹਨਾਂ ਨੂੰ ਫੇਸ ਕਰਨੀਆਂ ਪੈਂਦੀਆਂ, ਜਿਹੜੀਆਂ ਖਾਸ ਕਰਕੇ ਸਟੱਡੀ ਦਾ ਪ੍ਰੈਸ਼ਰ ਬਹੁਤ ਵੱਡਾ ਹੁੰਦਾ, ਤੇ ਜਿਹੜੀਆਂ ਇਹ ਕੋਵਿਡ-19 ਕਰਕੇ ਉਹ ਪਹਿਲਾਂ ਨਾਲੋਂ ਵੀ ਜ਼ਿਆਦਾ ਵੱਧ ਚੁੱਕੀਆਂ। ਇਸ ਕਰਕੇ ਸੂਬਾ ਸਰਕਾਰ ਨੇ ਕੱਲ ਇੱਕ ਨਵੀਂ ਜਿਹੜੀ ਐਪ ਸ਼ੁਰੂ ਕੀਤੀ ਹੈ ਔਰ ਉਹਦਾ ਐਲਾਨ ਕੀਤਾ ਕੱਲ ਇਹਨਾਂ ਵਿਦਿਆਰਥੀਆਂ ਦੀ ਮਦਦ ਕਰਨ ਵਾਸਤੇ। ਉਹ ਜਿਹੜੀ ਐਪ ਹੈਗੀ ਹੈ Here to Talk, HERE to numerical to talk TALK। ਇਹ ਐਪ ਹੈਗੀ ਹੈ ਜਿਹਦੇ ਤੇ ਆਪਣਾ 24 ਘੰਟੇ 7 ਦਿਨ ਜਿਹੜੀ ਮਾਹਰ ਜਿਹੜੇ ਹੈਗੇ ਆ ਕਾਉਂਸਲਿੰਗ ਪ੍ਰੋਵਾਈਡ ਕਰਨਗੇ ਇਹਨਾਂ ਵਿਦਿਆਰਥੀਆਂ ਨੂੰ। ਜੇ ਕਿਸੇ ਨੂੰ ਕਿਸੇ ਵੀ ਕਿਸਮ ਦੀ ਲੋੜ ਹੈ, ਇਹ ਜਿਹੜੀ ਕਾਉਂਸਲਿੰਗ ਹੈ ਮੁਕੰਮਲ ਤੌਰ ਦੇ ਉੱਤੇ ਕੰਫੀਡੈਂਸ਼ੀਅਲ ਹੋਏਗੀ, ਇਹਦੀ ਕੋਈ ਫੀਸ ਨਹੀਂ ਹੈ ਔਰ ਇਹ ਸਾਰੇ ਵਿਦਿਆਰਥੀਆਂ ਨੂੰ ਹੀ ਅਵੇਲੇਬਲ ਹੈਗੀ ਹੈ। ਜਿਹੜਾ BC ਦੇ ਵਿੱਚ 5,55,000 ਵਿਦਿਆਰਥੀ ਹੈ, ਚਾਹੇ ਉਹ ਪਾਰਟ ਟਾਈਮ ਹੈ ਜਾਂ ਫੁੱਲ ਟਾਈਮ ਹੈ ਜਾਂ ਪ੍ਰਾਈਵੇਟ ਸੈਕਟਰ 'ਚ ਪੜ੍ਹਦਾ, ਪਬਲਿਕ ਸੈਕਟਰ ਦੇ ਵਿੱਚ ਪੜ੍ਹਦਾ ਹੈ, ਇਨਕਲੂਡਿੰਗ ਜਿਹੜੇ ਇੰਟਰਨੈਸ਼ਨਲ ਵਿਦਿਆਰਥੀ ਨੇ, ਉਹਨਾਂ ਸਾਰਿਆਂ ਨੂੰ ਜਿਹੜੀ ਅਵੇਲੇਬਲ ਹੈਗੀ ਹੈ। ਮੈਂ ਇੱਕ ਵਾਰੀ ਫੇਰ ਇਹਦਾ ਜਿਹੜਾ ਰਿਪੀਟ ਕਰਦਾ, ਜਿਹੜਾ ਕੰਟੈਕਟ ਹੈਗਾ Here to Talk ਜਿਹੜੀ ਐਪ ਹੈਗੀ HERE to numerical to talk TALK, ਔਰ ਇਹਦੇ ਨਾਲ ਜਿਹੜਾ ਇੱਕ ਟੋਲ ਫ੍ਰੀ ਨੰਬਰ ਵੀ ਹੈਗਾ 1877-857-3397, ਔਰ ਇੱਕ ਡਾਇਰੈਕਟ ਨੰਬਰ ਵੀ ਹੈਗਾ ਜਿਹੜਾ ਕੀਤਾ ਜਾ ਸਕਦਾ 604-642-5212। ਇਸ ਨੰਬਰ ਦੇ ਉੱਤੇ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਆ ਉਹ ਵੀ ਫੋਨ ਕਰਕੇ ਆਪਣੀ ਗੱਲਬਾਤ ਕਰ ਸਕਦੇ ਆ। ਸਟੂਡੈਂਟਸ ਦੇ ਲਈ ਇਹ ਜਿਹੜਾ ਮੈਂਟਲ ਹੈਲਥ ਦੇ ਲਈ ਚਲਾਇਆ ਜਾ ਰਿਹਾ ਹੈ, ਸੋ ਮੈਂਟਲ ਹੈਲਥ ਦੀ ਗੱਲ ਕਰੀਏ ਤਾਂ ਸਭ ਤੋਂ ਜ਼ਿਆਦਾ ਸੀਨੀਅਰਸ ਨੇ ਜਿਹੜੇ ਉਹ ਵੀ ਪ੍ਰਭਾਵਿਤ ਹੋਏ ਨੇ। ਜਿਵੇਂ ਅਸੀਂ ਹੁਣ ਡੇਟੇ ਦੀ ਗੱਲ ਕਰ ਲਈਏ ਤਾਂ ਡੇਟਾ ਜਿਹੜਾ ਸਾਹਮਣੇ ਆ ਰਿਹਾ ਹੈ, ਜਿਹੜੇ ਜ਼ਿਆਦਾ ਲੋਕ ਪ੍ਰਭਾਵਿਤ ਹੋ ਰਹੇ ਨੇ ਉਹ ਸੀਨੀਅਰਸ ਨੇ। ਡੈਥਸ ਵੀ ਜ਼ਿਆਦਾ ਸੀਨੀਅਰਸ ਦੀਆਂ ਹੋ ਰਹੀਆਂ ਨੇ, ਬਾਕੀ ਲੋਕ ਕੁਝ ਰਿਕਵਰ ਵੀ ਕਰ ਰਹੇ ਨੇ, ਕੁਝ ਜੇ ਅਸੀਂ 50 to 70 ਦੀ ਏਜ ਲਾਈਏ, ਸੋ ਜ਼ਿਆਦਾ ਇਹ ਲੋਕ ਪ੍ਰਭਾਵਿਤ ਹੋ ਰਹੇ ਨੇ। ਸੋ ਪਰ ਜਿਹੜੇ ਸਾਡੇ ਬਜ਼ੁਰਗ ਘਰਾਂ ਦੇ ਵਿੱਚ ਨੇ, ਉਹਨਾਂ ਦੇ ਉੱਤੇ ਵੀ ਹੁਣ ਉਹਨਾਂ ਦੀ ਲਾਈਫ ਸਟਾਈਲ ਵੀ ਚੇਂਜ ਹੋ ਗਈ ਹੈਗੀ ਆ। ਉਹਨਾਂ ਨੂੰ ਵੀ ਪਤਾ, ਕਿਉਂਕਿ ਉਹ ਵਾਕ ਕਰਨ ਜ਼ਿਆਦਾ ਨਹੀਂ ਜਾ ਸਕਦੇਗੇ, ਕਿਤੇ ਸਟੋਰ ਦੇ ਵਿੱਚ ਨਹੀਂ ਜਾ ਸਕਦੇਗੇ, ਬੱਸ ਜਿਹੜੀ ਸਰਵਿਸਿਜ਼ ਹੈਗੀਆਂ ਨੇ ਉਹਨਾਂ ਤੋਂ ਡਰਦੇ ਨੇ, ਟ੍ਰਾਂਜ਼ਿਟ ਤੇ ਕਿਤੇ ਨਹੀਂ ਜਾ ਸਕਦੇ। ਸੋ ਸੀਨੀਅਰਸ ਦੇ ਲਈ ਕੋਈ ਮੈਂਟਲ ਹੈਲਥ ਸਰਵਿਸਿਜ਼ ਜਾਂ ਏਦਾਂ ਦੀ ਕੋਈ ਹੋਰ ਸਰਵਿਸ ਦੀ ਅਨਾਉਂਸਮੈਂਟ ਹੋਣ ਜਾ ਰਹੀ ਹੈ ਜਾਂ ਹੋ ਚੁੱਕੀ ਹੈ, ਸੋ ਉਹਦੇ ਬਾਰੇ ਵੀ ਦੱਸੋ। ਜਿਹੜਾ ਸੀਨੀਅਰਸ ਵਾਸਤੇ ਜਿਹੜਾ ਕੁਝ 2 ਹਫ਼ਤੇ ਪਹਿਲਾਂ BC ਸਰਕਾਰ ਨੇ ਇੱਕ ਆਰਗੇਨਾਈਜੇਸ਼ਨ ਨਾਲ ਰਲ ਕੇ ਇੱਕ ਜਿਹੜੀ ਹੈਲਪਲਾਈਨ ਸ਼ੁਰੂ ਕੀਤੀ ਹੈ, ਜਿਹੜੀ ਉਹ ਸ਼ੁਰੂ ਚੱਲ ਰਹੀ ਹੈ ਆਲਰੇਡੀ। ਉਹ ਹੈਗੀ 211 ਉਹ ਹੈਗੀ 211। ਉਹ ਹੈਲਪਲਾਈਨ ਹੈਗੀ, ਉੱਥੇ ਕੋਈ ਵੀ ਸੀਨੀਅਰ ਕਿਸੇ ਵੀ ਕਿਸਮ ਦੀ ਸਮੱਸਿਆ ਉਹ ਡਿਸਕਸ ਕਰ ਸਕਦਾ। ਉਹਨਾਂ ਨੂੰ ਉਹ ਜਿਹੜੀ ਕੋਈ ਵੀ ਜਿਹੜੀ ਉਸ ਤਰ੍ਹਾਂ ਦੇ ਸਾਧਨ ਨੇਗੇ ਉਹਦੇ ਨਾਲ ਕਨੈਕਟ ਕਰਨਗੇ, ਜਿਹੜੀ ਉਹਨਾਂ ਨੂੰ ਲੋੜ ਹੈਗੀ ਹੈ ਉਹਦੇ ਮੁਤਾਬਕ। ਉਹ ਲਾਈਨ ਜਿਹੜੀ ਆਲਰੇਡੀ ਉਹ ਚੱਲ ਰਹੀ ਹੈ ਸੀਨੀਅਰਸ ਵਾਸਤੇ। ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿ ਸੀਨੀਅਰਸ ਨੂੰ ਇਸ ਵੇਲੇ ਆਈਸੋਲੇਸ਼ਨ ਦੇ ਵਿੱਚ ਨੇਗੇ ਬਹੁਤ ਸਾਰੇ ਲੋਕ, ਅਤੇ ਉਹਦੇ ਕਰਕੇ ਜਿਹੜੀਆਂ ਹੈਗੀਆਂ ਕਈ ਵਾਰੀ ਜਿਹੜੇ ਇਕੱਲੇ ਸੀਨੀਅਰ ਨੇ ਖਾਸ ਕਰਕੇ ਉਹਨਾਂ ਨੂੰ ਜਿਹੜਾ ਹੋਰ ਪਰੇਸ਼ਾਨੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ। ਪਰ ਡਾਕਟਰ ਹੈਨਰੀ ਨੇ ਇੱਕ ਗੱਲ ਜ਼ਰੂਰ ਜਿਹੜੀ ਹੈਗੀ ਆ ਬਾਰ-ਬਾਰ ਹੁਣ ਉਹ ਸਪਸ਼ਟ ਕਰ ਰਹੇ ਨੇ ਕਿ ਅਸੀਂ ਜ਼ਰੂਰ ਕਹਿ ਰਹੇ ਹਾਂ ਲੋਕਾਂ ਨੂੰ ਕਿ ਫਿਜ਼ੀਕਲ ਡਿਸਟੈਂਸ ਰੱਖੋ, ਜੇ ਤੁਹਾਨੂੰ ਬਾਹਰ ਕੰਮ ਨਹੀਂ ਘਰੇ ਰਹੋ, ਜੇ ਤੁਸੀਂ ਸਿੱਕ ਹੋ ਘਰੇ ਰਹੋ, ਆਪਣੇ ਹੈਂਡ ਵਾਸ਼ਿੰਗ ਦੀ ਗੱਲ ਕਰਦੇ ਆ। ਪਰ ਨਾਲ ਉਹ ਇਹ ਕਹਿੰਦੇ ਆ ਕਿ ਅਸੀਂ ਇਹ ਨਹੀਂ ਕਹਿੰਦੇ ਬਿਲਕੁਲ ਵੀ ਘਰੋਂ ਬਾਹਰ ਨਾ ਨਿਕਲੋ। ਘਰੋਂ ਤੁਸੀਂ ਜੇ ਵਾਕ ਕਰਨ ਜਾਣਾ ਜ਼ਰੂਰ ਜਾਓ, ਉਹ ਜ਼ਰੂਰੀ ਆ ਉਹ ਕਹਿੰਦੇ, ਕਿਉਂਕਿ ਅਸੀਂ ਜਿਹੜਾ ਕੋਵਿਡ-19 ਨਾਲ ਕਿਤੇ ਜਾਣ ਵਾਲਾ ਨਹੀਂਗਾ। ਜਿੰਨੀ ਦੇਰ ਤੱਕ ਵੈਕਸੀਨ ਨਹੀਂ ਆਉਂਦੀ ਇਹ ਜਾਣ ਵਾਲਾ ਕਿਤੇ ਨਹੀਂਗਾ। ਇਸ ਕਰਕੇ ਇਹਦਾ ਲੰਮਾ ਜਿਹੜਾ ਸਫ਼ਰ ਹੈਗਾ ਤੈਅ ਕਰਨ ਦਾ। ਇਸ ਕਰਕੇ ਉਹਨਾਂ ਨੇ ਕਿਹਾ ਕਿ ਤੁਸੀਂ ਬਾਹਰ ਜ਼ਰੂਰ ਜਾਓ, ਪਰ ਜਿਹੜਾ ਫਿਜ਼ੀਕਲ ਡਿਸਟੈਂਸ ਹੈ ਉਹਨੂੰ ਮੇਨਟੇਨ ਕਰਨਾ ਬਹੁਤ ਲਾਜ਼ਮੀ ਹੈ।
ਬਿਲਕੁਲ ਜੀ, ਤੇ ਬਹੁਤ ਤੁਸੀਂ ਇਨਫੋਰਮੇਸ਼ਨ ਜਿਹੜੀ ਇਨਫੋਰਮੇਟਿਵ ਦਿੱਤੀ ਹੈਗੀ ਹੈ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ, ਤੇ ਅਸੀਂ ਸਾਰੇ ਰਲ ਕੇ ਹੀ ਜਿਹੜੀ ਇਹ ਕਰਵ ਹੈਗੀ ਹੈ ਇਹਨੂੰ ਹੋਰ ਫਲੈਟ ਕਰ ਸਕਦੇ ਹਾਂ, ਬਿਲਕੁਲ ਹੀ ਖਤਮ ਕਰ ਸਕਦੇ ਹੈਗੇ ਆ, ਤਾਂ ਕਿ ਕੋਈ ਵੀ ਕੇਸ ਜਿਹੜਾ ਸਾਹਮਣੇ ਨਾ ਆਵੇ। ਪਰ ਉਸ ਦੇ ਲਈ ਜਿਵੇਂ ਗਾਈਡਲਾਈਨਸ ਸਾਨੂੰ ਦਿੱਤੀਆਂ ਜਾ ਰਹੀਆਂ ਨੇ ਉਹ ਫੋਲੋ ਕਰਨੀਆਂ ਪੈਣੀਆਂ ਹੈਗੀਆਂ ਨੇ। ਜਾਂਦੇ ਕੀ ਕਹਿਣਾ ਚਾਹੁੰਦੇ ਆ ਵਿਊਅਰਸ ਨੂੰ? ਮੈਂ ਇਹੀ ਕਹਿਣਾ ਚਾਹੁੰਦਾ ਜੀ ਕਿ ਮੈਂ BC ਦੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਅਸੀਂ ਜੇ ਮੈਂ ਇਹ ਕਹਿ ਦਿਆਂ ਕਿ ਲੋਕਾਂ ਨੇ ਇੱਕ ਅਜੂਬਾ ਕੀਤਾ ਤਾਂ ਛੋਟੀ ਗੱਲ ਨਹੀਂ ਹੈ, ਕਿਉਂਕਿ ਅਸੀਂ ਜੋ ਕੁਝ ਦੇਖਿਆ ਸਾਡੇ ਈਵਨ ਗੁਆਂਢ ਮੁਲਕ ਦੇ ਵਿੱਚ ਜੋ ਕੁਝ ਹੋ ਰਿਹਾ, ਈਵਨ ਕੁਬੈਕ ਦੇ ਵਿੱਚ ਹੋ ਰਿਹਾ ਜਾਂ ਇੰਟੀਰੀਅਰ 'ਚ ਅਸੀਂ ਦੇਖ ਰਹੇ ਹਾਂ, ਜਾਂ ਅਸੀਂ ਪਹਿਲਾਂ ਦੇਖ ਚੁੱਕੇ ਹਾਂ ਸਪੇਨ ਦੇ ਵਿੱਚ ਅਸੀਂ, ਜਾਂ ਨਾਰਦਰਨ ਇਟਲੀ 'ਚ ਦੇਖਿਆ ਅਸੀਂ, ਜਾਂ ਵੂਹਾਨ ਦੇ ਵਿੱਚ ਦੇਖਿਆ। ਉੱਥੇ ਵੀ ਇਹੀ COVID-19 ਵਾਇਰਸ ਹੀ ਗਿਆ ਸੀਗਾ, ਪਰ ਉੱਥੇ ਕਿਉਂਕਿ ਜਿਹੜਾ ਹੈਗਾ ਉਹ ਵੱਖਰੀਆਂ ਕੰਡੀਸ਼ਨਾਂ ਦੇ ਵਿੱਚ ਵੱਖਰੇ ਤਰੀਕੇ ਨਾਲ ਉਹਨੂੰ ਡੀਲ ਕੀਤਾ। ਪਰ BC ਦੇ ਵਿੱਚ ਅਸੀਂ ਇਹਨੂੰ ਜਿਹੜਾ ਹੈਗਾ ਬਹੁਤ ਸਾਰੇ ਮੁਲਕਾਂ 'ਚ ਤੁਹਾਨੂੰ ਪਤਾ ਹੈ ਵੀ ਈਵਨ ਐਮਰਜੈਂਸੀ ਜਾਂ ਉਹਨੂੰ ਟੋਟਲ ਕਰਫਿਊ ਵੀ ਲੱਗਿਆ ਹੋਇਆ ਬਹੁਤ ਸਾਰੇ ਮੁਲਕਾਂ ਦੇ ਵਿੱਚ, ਤੇ ਪਰ ਅਸੀਂ ਇੱਥੋਂ ਦਾ ਸਿਸਟਮ 60% ਖੁੱਲਾ ਰੱਖ ਕੇ ਆਮ ਬੰਦੇ ਨੂੰ ਬਾਹਰ ਜਾਣ ਦੀ ਹਲੇ ਵੀ ਇਜਾਜ਼ਤ ਹੈ, ਉਹ ਸੈਰ ਕਰ ਸਕਦਾ ਹੈ, ਸਾਰਾ ਕੁਝ ਕਰ ਸਕਦਾ। ਉਹ ਕਰਕੇ ਵੀ ਅਸੀਂ ਕਰਬ ਨੂੰ ਜਿਹੜਾ ਇਹ ਕਾਬੂ ਕੀਤਾ, ਕਿਉਂਕਿ ਅਸੀਂ ਜਿਹੜੇ ਉਹ ਸਾਵਧਾਨੀਆਂ ਨੇ ਉਹਨਾਂ ਨੂੰ ਮੁਕੰਮਲ ਤੌਰ ਦੇ ਉੱਤੇ ਵੱਡੀ ਗਿਣਤੀ ਲੋਕ ਉਹ ਮੰਨ ਰਹੇ ਆ। ਇਹ ਵੀ ਮੈਂ ਤੁਹਾਨੂੰ ਦੱਸਦਾ, ਅੱਜ ਉਹਨਾਂ ਨੇ ਦੱਸਿਆ ਆਪਣੀ ਅਪਡੇਟ ਦੇ ਵਿੱਚ ਗੂਗਲ ਦੇ ਨਾਲ ਉਹਨਾਂ ਦਾ ਜਿਹੜਾ ਹੈਗਾ ਕੋਈ ਗੂਗਲ ਦੇ ਨਾਲ ਉਹਨਾਂ ਦਾ ਐਗਰੀਮੈਂਟ ਹੈਗਾ, ਜਿਹਦੇ ਨਾਲ ਉਹ ਡੇਟਾ ਲੈਂਦੇ BC ਦੇ ਲੋਕਾਂ ਦਾ, ਉਹਨਾਂ ਦੀ ਐਕਟੀਵਿਟੀ ਦਾ, ਔਰ ਉਹਦੇ ਚੋਂ ਬੜਾ ਸਪਸ਼ਟ ਹੋਇਆ ਕਿ ਜਦੋਂ ਇਹ ਸੋਸ਼ਲ ਡਿਸਟੈਂਸਿੰਗ ਜਾਂ ਘਰੇ ਰਹਿਣ ਦੀ ਗੱਲਬਾਤ ਕੀਤੀ ਗਈ, ਉਹਨੂੰ BC ਦੇ ਲੋਕ ਮੁਕੰਮਲ ਤੌਰ ਦੇ ਉੱਤੇ ਮੰਨ ਰਹੇ ਆ। ਉਹਦੇ 'ਚ ਇਹ ਵੀ ਜ਼ਾਹਰ ਹੈ ਕਿ ਕਾਫੀ ਗਿਣਤੀ ਲੋਕ ਬਾਹਰ ਸੈਰ ਕਰਨ ਜਾਂਦੇ, ਪਾਰਕਾਂ ਦੇ ਵਿੱਚ ਜਿਹੜਾ ਉਹਦਾ ਅੰਕੜੇ ਆਏ ਨੇ, ਪਰ ਉਹ ਆਪਣਾ ਸੋਸ਼ਲ ਡਿਸਟੈਂਸ ਨੂੰ ਮੇਨਟੇਨ ਕਰਕੇ ਜਾਂਦੇ। ਤੇ ਆਪਾਂ ਇਸ ਸਫ਼ਰ ਨੂੰ ਇਸੇ ਤਰੀਕੇ ਨਾਲ ਹੀ ਅੱਗੇ ਤੋਰ ਸਕਦੇ ਹਾਂ। ਜਿਹੜੇ ਅੱਗੇ ਚੰਗਾ ਹੋਣ ਵਾਲਾ ਹੈ ਉਹਨੂੰ ਆਪਾਂ ਤਾਂ ਹੀ ਕਰ ਸਕਦੇ ਹਾਂ, ਚਾਹੇ ਉਹ ਇਕੋਨਮੀ ਹੋਵੇ ਜਾਂ ਸਾਡੀ ਆਪਣੀ ਆਜ਼ਾਦੀ ਹੋਵੇ ਜਾਂ ਸਕੂਲ ਖੋਲ੍ਹਣ ਦੀ ਗੱਲਬਾਤ ਹੋਵੇ। ਜੇ ਅਸੀਂ ਇਸ ਡਿਸਟੈਂਸ ਨੂੰ ਜਾਂ ਇਹਨੂੰ ਆਪਣਾ ਸੁਭਾਅ ਦਾ ਇੱਕ ਹਿੱਸਾ ਬਣਾ ਲਾਂਗੇ ਤਾਂ ਇਹਨੂੰ ਅਸੀਂ ਇਹਦੇ ਤੇ ਪਹਿਰਾ ਦੇਈ ਜਾਵਾਂਗੇ ਲਗਾਤਾਰ, ਨਾ ਕਿ ਐਸਾ ਸਮਾਂ ਨਹੀਂ ਸਾਡੇ ਕੋਲੇ ਕਿ ਅਸੀਂ ਵਾਪਸ ਨਾਰਮਲ ਲਾਈਫ 'ਚ ਆ ਸਕਦੇ ਹਾਂ ਜਿੰਨੀ ਦੇਰ ਤੱਕ COVID-19 ਦੀ ਵੈਕਸੀਨ ਸਾਡੇ ਕੋਲ ਨਹੀਂ ਆਉਂਦੀ। ਇਸ ਕਰਕੇ ਬਹੁਤ ਸ਼ੁਕਰੀਆ ਲੋਕਾਂ ਦਾ, ਆਪਾਂ ਨੂੰ ਇਹੀ ਜੋ ਕੁਝ ਕੀਤਾ ਹੁਣ ਤੱਕ ਇਹਨੂੰ ਅੱਗੇ ਕਰਨ ਦੀ ਲੋੜ ਹੈ। ਬਿਲਕੁਲ ਜੀ, ਥੈਂਕ ਯੂ ਸੋ ਮਚ ਤੁਹਾਡਾ ਇੰਨਾ ਟਾਈਮ ਦੇਣ ਦੇ ਲਈ ਤੇ ਇਨਫੋਰਮੇਸ਼ਨ ਦੇਣ ਦੇ ਲਈ ਕਿ ਕੀ ਕੁਝ ਹੋ ਰਿਹਾ ਹੈ BC ਦੇ ਵਿੱਚ। ਸੋ ਅਗਲੀ ਵਾਰ ਤੁਹਾਡੇ ਨਾਲ ਫਿਰ ਗੱਲਬਾਤ ਕਰਾਂਗੇ ਕਿ BC ਦੇ ਵਿੱਚ ਹੋਰ ਕੀ ਅਪਡੇਟਸ ਆਈਆਂ ਨੇ। ਤਦ ਤੱਕ ਤੁਸੀਂ ਵੀ ਆਪਣਾ ਧਿਆਨ ਰੱਖੋ ਤੇ ਇੱਕ ਵਾਰ ਫਿਰ ਤੋਂ ਥੈਂਕ ਯੂ। ਜੀ ਤੁਹਾਡਾ ਤੇ ਸਾਂਝਾ TV ਦਾ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜੀ। ਸੋ ਅੱਜ ਗੱਲਬਾਤ ਹੋਈ MLA ਜਗਰੂਪ ਬਰਾੜ ਦੇ ਨਾਲ, ਜਿਨ੍ਹਾਂ ਨੇ ਅਪਡੇਟ ਦਿੱਤੀ ਹੈ ਕਿ ਕੀ ਕੁਝ ਹੋ ਰਿਹਾ BC ਦੇ ਵਿੱਚ। ਤੇ ਇੱਥੇ ਖੁਸ਼ੀ ਦੀ ਗੱਲ ਹੈ ਕਿ BC ਦੇ ਵਿੱਚ ਅਸੀਂ ਉਸ ਕਰਵ ਨੂੰ ਫਲੈਟ ਕਰਨ ਦੇ ਬਿਲਕੁਲ ਨੇੜੇ ਆ, ਪਰ ਸਾਨੂੰ ਧਿਆਨ ਰੱਖਣਾ ਹੋਵੇਗਾ ਕਿ ਅਸੀਂ ਘਰਾਂ ਦੇ ਵਿੱਚ ਰਹੀਏ, ਆਪਣੇ ਹੱਥ ਧੋਂਦੇ ਰਹੀਏ ਵਾਰ-ਵਾਰ, ਤੇ ਨਾਲ ਹੀ ਅਸੀਂ ਜੋ ਫਿਜ਼ੀਕਲ ਡਿਸਟੈਂਸ ਆ ਉਹਨੂੰ ਮੇਨਟੇਨ ਕਰਕੇ ਰੱਖੀਏ। ਤੇ ਉਹਨਾਂ ਚਿਰ ਘਰਾਂ ਦੇ ਵਿੱਚ ਰਹਿੰਦੇ ਹੋਏ ਤੁਸੀਂ ਦੇਖਦੇ ਰਹੋ FYI ਮੀਡੀਆ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ। YouTube ਦੀ ਇਸ ਵੀਡੀਓ ਤੋਂ ਆਉਣ ਵਾਲਾ ਰਿਵੈਨਿਊ ਕਰੋਨਾ ਪੀੜਤਾਂ ਦੀ ਮਦਦ ਲਈ ਵਰਤਿਆ ਜਾਵੇਗਾ। ਇਸ ਕਰਕੇ ਤੁਸੀਂ ਵੀ ਇਸ ਦੇ ਵਿੱਚ ਹਿੱਸੇਦਾਰ ਬਣੋ ਅਤੇ ਇਸ ਖਬਰ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਰੋ। ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਦੇਸ਼ ਜਿੱਤੇ ਅਤੇ ਕਰੋਨਾ ਹਾਰੇ।